ਰੋਜ਼ਾਨਾ ਲੋਕਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਲੁਕਮਾ ਸੱਚ ਦੇਖ ਰਹੇ ਹੋ ਤੁਸੀਂ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਕਿ ਕੱਲ ਕਾਂਗਰਸ ਦੇ ਮੁੱਖ ਮੰਤਰੀ ਚਿਹਰੇ ਦਾ ਐਲਾਨ ਹੋ ਗਿਆ ਤੇ 24 ਘੰਟੇ ਤੋਂ ਜ਼ਿਆਦਾ ਦਾ ਸਮਾਂ ਜੇ ਮੈਂ ਕਹਿਦਾ ਹੋ ਗਿਆ ਉਸ ਐਲਾਨ ਹੋਏ ਨੂੰ। ਤੇ ਪੰਜਾਬ ਦੀ ਸਿਆਸਤ ਉਸ ਐਲਾਨ ਤੋਂ ਬਾਅਦ ਕਿੰਨੀ ਕੁ ਬਦਲੀ ਹੈ, ਖਾਸ ਕਰਕੇ ਕਾਂਗਰਸ ਦੀ ਸਿਆਸਤ ਕਿੰਨੀ ਕੁ ਬਦਲੀ ਹੈ, ਸਿੱਧੂ ਨੂੰ ਸਾਈਡਲਾਈਨ ਕਰਨ ਦੇ ਨਾਲ ਤੇ ਚਰਨਜੀਤ ਸਿੰਘ ਚੰਨੀ ਨੂੰ ਅੱਗੇ ਲਿਆਉਣ ਦੇ ਨਾਲ ਕਿੰਨਾ ਫਾਇਦਾ ਕਿੰਨਾ ਨੁਕਸਾਨ ਹੋਇਆ, ਇਸ ਤੇ ਗੱਲਬਾਤ ਕਰਾਂਗੇ। ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਅੱਜ ਇੱਕ ਵੱਡੀ ਡਿਵੈਲਪਮੈਂਟ ਹੋਈ ਹੈ ਕਿ ਰਾਮ ਰਹੀਮ ਨੂੰ 21 ਦਿਨ ਦੀ ਪੈਰੋਲ ਮਿਲ ਗਈ ਹੈ। 21 ਦਿਨ ਤੋਂ ਉਹ ਜਿਹੜਾ ਬਾਹਰ ਰਹੇਗਾ, ਅੱਜ ਤੋਂ 21 ਦਿਨ ਦੇ ਲਈ ਜੇਲ੍ਹ ਤੋਂ ਬਾਹਰ ਰਹੇਗਾ ਰਾਮ ਰਹੀਮ। ਲੰਬੇ ਸਮੇਂ ਤੋਂ ਬਾਅਦ ਜੇਲ੍ਹ ਤੋਂ ਬਾਹਰ ਆਏਗਾ ਤੇ ਇਸ ਤੇ ਖਬਰਾਂ ਇਹ ਉੱਡ ਰਹੀਆਂ ਨੇ ਜਾਂ ਆਪਾਂ ਕਹੀਏ ਚਰਚਾਵਾਂ ਇਹ ਨੇ ਕਿ ਕੁਝ ਰਾਜਨੀਤਿਕ ਪਾਰਟੀਆਂ ਵੋਟਾਂ ਦੇ ਨੇੜੇ ਲਿਆ ਕੇ ਰਾਮ ਰਹੀਮ ਨੂੰ ਬਾਹਰ ਲਿਆ ਕੇ ਕੁਝ ਲਾਹਾ ਖੱਟਣਾ ਚਾਹੁੰਦੀਆਂ ਨੇ। ਕਿਹੜੀਆਂ ਉਹ ਪਾਰਟੀਆਂ ਨੇ, ਕਿ ਵਾਕਈ ਰਾਮ ਰਹੀਮ ਨੂੰ ਬਾਹਰ ਲਿਆਉਣ ਦੀ ਕੋਈ ਵੱਡੀ ਸਾਜ਼ਿਸ਼ ਹੈ ਜਾਂ ਫਿਰ ਜਿਸ ਤਰੀਕੇ ਦੇ ਨਾਲ ਬੀਜੇਪੀ ਦੇ ਜੇਲ੍ਹ ਮੰਤਰੀ ਇਹ ਕਹਿ ਰਹੇ ਨੇ ਕਿ ਕਾਨੂੰਨ ਦੇ ਮੁਤਾਬਕ ਹੀ ਉਹਨਾਂ ਨੂੰ ਪੈਰੋਲ ਮਿਲੀ ਹੈ। ਅਸਲ ਗੱਲ ਕੀ ਹੈ, ਕਿਉਂ ਰਾਮ ਰਹੀਮ ਨੂੰ ਬਾਹਰ ਲਿਆਂਦਾ ਜਾਂਦਾ ਹੈ, ਕਿਉਂ ਉਹਨਾਂ ਨੂੰ ਵੋਟਾਂ ਦੇ ਨੇੜੇ ਲਿਆ ਕੇ ਬਾਹਰ ਲਿਆਂਦਾ ਜਾਂਦਾ, ਇਸ ਤੇ ਗੱਲਬਾਤ ਕਰਾਂਗੇ ਕਿ ਇਸ ਦੇ ਪਿੱਛੇ ਸਾਜ਼ਿਸ਼ ਕੀ ਹੈ, ਅਸਲੀਅਤ ਕੀ ਹੈ। ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ ਹੋਏ ਨੇ ਰਾਜਨੀਤੀ ਸ਼ਾਸਤਰ ਦੇ ਉੱਘੇ ਵਿਦਵਾਨ ਡਾਕਟਰ ਸਤਨਾਮ ਸਿੰਘ ਦਿਓਲ ਸਾਹਿਬ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਸਰ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਬਹੁਤ ਮਿਹਰਬਾਨੀ ਜੀ, ਸਾਰੇ ਸੁਣਨ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਬਹੁਤ ਮਿਹਰਬਾਨੀ। ਸਰ ਸ਼ੁਰੂਆਤ ਮੈਂ ਕਹਿੰਦਾ ਕਿ ਪਹਿਲਾਂ ਆਪਾਂ ਰਾਮ ਰਹੀਮ ਦੀ ਖਬਰ ਤੋਂ ਕਰੀਏ। ਰਾਮ ਰਹੀਮ ਨੂੰ ਕਹਿੰਦੇ ਕਿ ਅੱਜ ਪੈਰੋਲ ਮਿਲ ਗਈ ਹੈ ਤੇ 21 ਦਿਨ ਉਹ ਜੇਲ੍ਹ ਤੋਂ ਬਾਹਰ ਰਹੂਗਾ। ਉਧਰ ਚਰਚਾਵਾਂ ਇਹ ਵੀ ਉੱਡ ਗਈਆਂ ਕਿ ਇੱਕ ਖਾਸ ਰਾਜਨੀਤੀ ਜਿਹੜੀ ਦੀ ਪਾਰਟੀ ਹੈ, ਰਾਜਨੀਤਿਕ ਪਾਰਟੀ, ਉਹ ਪੰਜਾਬ ਦੇ ਅੰਦਰ ਜਿਹੜੀਆਂ ਵੋਟਾਂ ਹੋਣ ਜਾ ਰਹੀਆਂ ਨੇ ਉਹਦਾ ਲਾਹਾ ਲੈਣ ਦੇ ਲਈ ਰਾਮ ਰਹੀਮ ਨੂੰ ਜਿਹੜਾ ਇਹ ਪੈਰੋਲ ਤੇ ਲੈ ਕੇ ਆ ਰਹੀ ਹੈ ਬਾਹਰ, ਉਹਨੂੰ ਰਾਹਤ ਦਵਾਈ ਗਈ ਹੈ ਰਾਜਨੀਤਿਕ ਤੌਰ ਤੇ। ਤੁਸੀਂ ਕੀ ਸੋਚਦੇ ਹੋ ਕਿ ਇਹ ਵਾਕਈ ਚਰਚਾਵਾਂ ਸੱਚੀਆਂ ਨੇ ਕਿ ਵਾਕਈ ਇਸ ਦੇ ਪਿੱਛੇ ਪੈਰੋਲ ਦੇ ਪਿੱਛੇ ਕੋਈ ਸਾਜ਼ਿਸ਼ ਹੈ ਜਾਂ ਅਸਲੀਅਤ ਕੁਝ ਹੋਰ ਹੈ? ਵੇਖੋ ਜੀ, ਆਪਾਂ ਇਹ ਮੰਨ ਕੇ ਚੱਲ ਲਈਏ, ਜੇ ਆਪਾਂ ਮੰਨ ਕੇ ਵੀ ਚੱਲ ਲਈਏ ਜੀ ਕਿ ਇਹ ਜਿਹੜੀ ਪੈਰੋਲ ਮਿਲਣ ਜਾ ਰਹੀ ਹੈ ਜਾਂ ਜਿਹਦੇ ਆਰਡਰ ਹੋ ਚੁੱਕੇ ਆ, ਉਹਦੀ ਟਾਈਮਿੰਗ ਜਿਹੜੀ ਆ ਉਹ ਪੰਜਾਬ ਦੀਆਂ ਵੋਟਾਂ ਦੇ ਨਾਲ ਰਲਦੀ ਹੈ, ਹਨਾ? ਬਿਲਕੁਲ ਬਿਲਕੁਲ ਬਿਲਕੁਲ। ਜੇ ਆਪਾਂ ਮੰਨ ਕੇ ਵੀ ਚੱਲ ਪਈਏ ਕਿ ਹਾਂਜੀ ਇਹ ਇੱਕ ਸੋਚੇ ਸਮਝੇ ਤਰੀਕੇ ਨਾਲ ਇੱਕ ਰਾਜਨੀਤਿਕ ਇੱਕ ਚਾਲ ਵਾਂਗੂ ਜਾਂ ਇੱਕ ਰਾਜਨੀਤਿਕ ਪੋਲੀਟੀਕਲ ਸਟੈਪ ਵਾਂਗੂ ਇਹ ਹੋਈ ਹੈ। ਪੋਲੀਟੀਕਲ ਪਾਰਟੀ, ਇੱਕ ਪਾਰਟਿਕੂਲਰ ਪੋਲੀਟੀਕਲ ਪਾਰਟੀ, ਇੱਕ ਰਾਜਨੀਤਿਕ ਦਲ ਇਹ ਚਾਹੁੰਦਾ ਕਿ ਅਸੀਂ ਜਿਹੜਾ ਡੇਰੇ ਦੀਆਂ ਵੋਟਾਂ ਉਹਨਾਂ ਨੂੰ ਆਪਦੇ ਪੱਖ ਦੇ ਵਿੱਚ ਵਰਤ ਲਈਏ, ਹਨਾ? ਤਾਂ ਇਹਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਟਾਈਮਿੰਗ ਹੀ ਉਹ ਆ, ਦਿਨ ਵੀ ਉਹੀ ਨੇ, ਉਹਨੇ ਕੀ ਨੇ। ਬਿਲਕੁਲ ਤਾਂ ਹੈ। ਪਰ ਮੈਂ ਅਗਲੀ ਜਿਹੜੀ ਬੇਨਤੀ ਕਰਾਂ ਕਿ ਇਹਦਾ ਪ੍ਰਭਾਵ ਹੈ ਨਾ, ਜਿਹੜਾ ਤੁਸੀਂ ਖੁਦ ਹੀ ਪੁੱਛ ਲਓਗੇ ਅਗਲਾ ਜਿਹੜੀ ਚੀਜ਼ ਕਿ ਇਹ ਕੀ, ਜੇ ਫਰਜ਼ ਕਰ ਲਓ ਡੇਰਾ ਜਿਹੜੀ ਪੈਰੋਲ ਮਿਲੀ ਹੋਈ ਹੈ, ਜੇ ਇਹ ਉਹ ਰਾਜਨੀਤਿਕ ਚਾਲ ਜਿਹੜੀ ਰਾਜਨੀਤੀ ਦੀ ਸ਼ਤਰੰਜ ਦੇ ਵਿੱਚ ਉਹ ਰਾਜਨੀਤਿਕ ਚਾਲ ਦੇ ਤਹਿਤ ਹੀ ਹੋਈ ਹੈ, ਤਾਂ ਉਹਦਾ ਪ੍ਰਭਾਵ ਕੀ ਰਹੂਗਾ, ਹਨਾ? ਕਿੰਨਾ ਕੁ ਫਾਇਦਾ ਹੋਊਗਾ ਜਿਹੜੀ ਸਾਜ਼ਿਸ਼ ਘੜੀ ਗਈ, ਫਾਇਦਾ, ਹਨਾ? ਮੇਰੀ ਬੇਨਤੀ ਇਹ ਹੈ ਜੀ ਕਿ ਪਹਿਲੀ ਗੱਲ ਤਾਂ ਜੇ ਆਪਾਂ ਪੰਜਾਬ ਦੀ ਰਾਜਨੀਤੀ ਦਾ ਇਤਿਹਾਸ ਦੇਖੀਏ ਨਾ ਤਾਂ ਡੇਰੇ, ਕਈ ਡੇਰੇ, ਕਾਫੀ ਡੇਰੇ, ਤਕਰੀਬਨ ਸਾਰੇ ਡੇਰੇ, ਕਿਸੇ ਹੋਰ ਡੇਰੇ ਤੇ ਚਰਚਾ ਹੋਊਗੀ ਤਾਂ ਉਹਨਾਂ ਦਾ ਵੀ ਦੱਸ ਦਿਆਂਗੇ, ਡੇਰੇ ਰਾਜਨੀਤੀ ਦੇ ਵਿੱਚ ਸਰਗਰਮ ਰਹਿੰਦੇ ਆ, ਹਨਾ ਜੀ? ਇਹ ਡੇਰਾ ਵੀ ਰਹਿੰਦਾ, ਹਨਾ? ਇਹ ਡੇਰਾ ਤਾਂ ਖਬਰਾਂ ਦੇ ਵਿੱਚ ਇਹ ਆਉਂਦਾ ਕਿ ਫਲਾਣੀ ਪਾਰਟੀ ਦੇ ਫਲਾਣਾ ਜਿਹੜੇ ਲੀਡਰ ਨੇ ਜੀ ਉਹ ਮੱਥਾ ਟੇਕਣ ਗਏ ਜੀ ਵੋਟਾਂ ਤੋਂ ਪਹਿਲਾਂ। ਹੁਣ ਇਸ ਵਾਰੀ ਵੀ ਹੋ ਗਿਆ, ਹਨਾ, ਇਹ ਕਿ ਕਈ ਲੀਡਰ ਜਿਹੜੇ ਨੇ ਪੰਜਾਬ ਦੇ ਜਾਂ ਪੰਜਾਬ ਦੀਆਂ ਚੋਣਾਂ ਨਾਲ ਸੰਬੰਧਿਤ ਉਹ ਗਏ ਵੀ ਡੇਰੇ, ਹਨਾ? ਤੇ ਹੁਣ ਪੈਰੋਲ ਵੀ ਮਿਲ ਗਈ, ਤਾਂ ਫਾਇਦਾ ਹੋਏਗਾ ਕਿ ਨਹੀਂ? ਦੇਖੋ, ਜੇ ਫਾਇਦਾ ਆਪਾਂ ਇੱਕ ਪਾਰਟਿਕੂਲਰ ਪਾਰਟੀ ਜਿਹਦੀ ਆਪਾਂ ਗੱਲ ਕਰਦੇ ਆ, ਕੇਂਦਰ ਦੀ ਪਾਰਟੀ ਦੀ, ਜਿਹੜੀ ਫਾਇਦਾ ਲੈਣਾ ਚਾਹੁੰਦੀ ਹੋਏਗੀ, ਜਿਹਦੇ ਤਹਿਤ ਇਹ ਪੈਰੋਲ ਮਿਲੀ ਹੋਏਗੀ, ਬਿਲਕੁਲ ਬਿਲਕੁਲ। ਇਹ ਜੇ ਆਪਾਂ ਇਤਿਹਾਸ ਦੇਖੀਏ, ਡੇਰਾ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਤਾਂ ਕਰਦਾ ਰਿਹਾ, ਪਰ ਇਹ ਕੋਸ਼ਿਸ਼, ਜੇ ਮੈਨੂੰ ਲੱਗਦਾ ਜਿਵੇਂ ਇਹ ਕੋਸ਼ਿਸ਼ ਤਾਂ 2017 ਚ ਵੀ ਹੋਈ ਸੀ। ਬਿਲਕੁਲ ਬਿਲਕੁਲ। 2017 ਦੇ ਵਿੱਚ ਡੇਰੇ ਦਾ ਸਮਰਥਨ ਜਿਹੜਾ ਸੀ ਉਹ ਅਕਾਲੀ ਦਲ ਨੂੰ ਸੀਗਾ, ਭਾਵੇਂ ਲੁਕਮਾ ਜਿਵੇਂ ਮਰਜ਼ੀ, ਮਤਲਬ ਅਕਾਲੀ ਦਲ ਤੇ ਹੁਣ ਜਿਹੜੀ ਪਾਰਟੀ ਕੋਸ਼ਿਸ਼ ਕਰ ਰਹੀ ਉਹਨਾਂ ਨੂੰ ਰਲ ਕੇ ਸੀਗਾ। ਹਾਂਜੀ, ਰਲ ਕੇ ਸੀ, ਪਰ ਅਕਾਲੀ ਦਲ ਤੇ ਉਹ ਜਿਹੜੀ ਉਹ ਪਾਰਟੀ ਕੋਸ਼ਿਸ਼ ਕਰ ਰਹੀ ਉਹ ਤਾਂ ਹਾਰੇ ਪੰਜਾਬ ਚ। ਬਿਲਕੁਲ ਤੁਹਾਡੀ ਗੱਲ। 2012 ਦੇ ਵਿੱਚ ਕਾਂਗਰਸ ਨੂੰ ਸੀਗਾ ਜੀ, ਭਾਵੇਂ ਲੁਕਮਾ ਹੀ ਸੀ, ਕਾਂਗਰਸ ਆ ਰਹੀ ਸੀ। ਜਿਹੜੇ ਕੁੜਮ ਨੇ ਜੀ ਹਰਮਿੰਦਰ ਜੱਸੀ ਜੀ, ਉਹ ਜਦੋਂ ਦੇ ਕੁੜਮ ਬਣੇ ਨੇ ਜਿੱਤੇ ਨਹੀਂ, ਹਨਾ ਜੀ? ਉਹ ਯਾਦ ਖੜੇ ਹੋਏ ਨੇ ਤਲਵੰਡੀ ਸਾਬੋ ਤੋਂ। ਬਿਲਕੁਲ ਬਿਲਕੁਲ।
ਤਾਂ ਮੈਂ ਕਹਿੰਦਾ ਕਿ ਡੇਰੇ ਦਾ ਪ੍ਰਭਾਵ ਜਿਹੜਾ ਨਾ ਹੋਏਗਾ, ਕੋਈ ਡਿਸਾਈਸਿਵ ਪ੍ਰਭਾਵ ਜਿੰਨੀ ਪਰਸੈਪਸ਼ਨ ਬਣੀ ਪਈ ਹੈ, ਜਿੰਨੀ ਮੀਡੀਆ 'ਚ ਬਣੀ ਹੋਈ ਹੈ ਜਾਂ ਜਿੰਨੀ ਦੰਦ ਕਥਾਵਾਂ 'ਚ ਬਣੀ ਹੋਈ ਹੈ। ਮੈਂ ਰਾਜਨੀਤੀ ਦਾ ਖੋਜੀ ਆ, ਵਿਦਿਆਰਥੀ ਆ, ਮੈਨੂੰ ਇੰਨੀ ਡੂੰਘੀ ਕਦੀ ਲੱਗੀ ਨਹੀਂ। ਮੇਰਾ ਬਾਲਵੇ ਦਾ ਪਿਛੋਕੜ ਜੀ, ਇੰਨੀ ਡੂੰਘੀ ਹੈ ਨਹੀਂ। ਜੇ ਹੁੰਦੀ ਤਾਂ ਜਿਹੜੇ ਆ ਅੰਕੜੇ ਮੈਂ ਤੁਹਾਨੂੰ ਦੱਸੇ ਨੇ ਇਹ ਹੋਰ ਹੋਣੇ ਚਾਹੀਦੇ ਸੀ, ਹਨਾ ਜੀ। ਤੇ ਦੂਜੀ ਗੱਲ ਇੱਕ ਹੋਰ ਹੁੰਦੀ ਹੈ, ਜਿਹੜੀਆਂ ਪਾਰਟੀਆਂ ਸਥਾਪਿਤ ਨੇ ਨਾ, ਜਿਨ੍ਹਾਂ ਦਾ ਕਾਡਰ ਹੈਗਾ, ਉਹ ਪਾਰਟੀਆਂ 5-7% ਕਿਤੋਂ ਹੋਰ ਵੋਟ ਇੱਕ ਕਲਸਟਰ 'ਚ, ਇੱਕ ਗਰੁੱਪ 'ਚ ਮਿਲ ਜੇ, ਉਹਨਾਂ ਨੂੰ ਫਾਇਦਾ ਹੋ ਸਕਦਾ। ਜਿਹੜੀ ਪਾਰਟੀ ਦੀਆਂ ਜੜ੍ਹਾਂ, ਜਿਹੜੀ ਪਾਰਟੀ ਦਾ ਆਧਾਰ ਨਹੀਂ ਹੈ, ਤੁਹਾਨੂੰ ਜਿੱਤਣ ਲਈ 32-34% ਵੋਟ ਚਾਹੀਦਾ ਨਾ। ਬਿਲਕੁਲ ਤਾਂ ਤੁਸੀਂ ਜੇ 5-4% ਇਧਰੋਂ ਲੈਣਾ ਵੀ ਹੋਏਗਾ ਤਾਂ ਤੁਹਾਡੇ ਕੋਲੇ 25-27 ਤਾਂ ਚਾਹੀਦਾ ਨਾ। ਉਹ 25-27 ਕਿੱਧਰੋਂ ਆਏਗਾ? ਇਹ ਬੜਾ ਵੱਡਾ ਸਵਾਲ ਹੈ। ਉਸ ਪਾਰਟੀ ਕੋਲ ਪੰਜਾਬ ਦੇ ਵਿੱਚ ਫਿਲਹਾਲ, ਮੈਂ ਫਿਲਹਾਲ ਕਹਿ ਰਿਹਾ, ਬਸ ਵੀ ਨਹੀਂ ਕਹਿ ਰਿਹਾ, ਫਿਲਹਾਲ ਉਸ ਪਾਰਟੀ ਕੋਲ ਉਹ 25-27% ਨਹੀਂ ਹੈ ਜਿਹਨੂੰ ਰਲਾ ਕੇ ਉਹ ਵਿਨਿੰਗ ਕੈਲਕੂਲੇਸ਼ਨ ਕਰਨਗੇ। ਕੁਝ ਵੀ ਕੋਈ ਖਾਸ ਫਾਇਦਾ ਨਹੀਂ। ਡਾਕਟਰ ਸਾਹਿਬ ਇੱਕ ਗੱਲ, ਡਾਕਟਰ ਸਾਹਿਬ ਇਹ ਵੀ ਗੱਲ ਇੱਕ ਹੈਗੀ ਹੈ, ਜੇ ਫਾਇਦਾ ਲੈਣ ਦੇ ਲਈ ਇਹ ਸਾਜ਼ਿਸ਼ ਉਸ ਪਾਰਟੀ ਦੇ ਵੱਲੋਂ ਘੜੀ ਗਈ ਹੈ ਜਿੱਥੇ ਡੇਰਾ ਮੁਖੀ ਦੀ ਵੋਟ ਪੰਜਾਬ ਦੇ ਵਿੱਚ ਜੇ ਆਪਾਂ ਕਹਿ ਦਈਏ ਇੱਕ ਵੱਡੇ ਪੱਧਰ ਤੇ ਹੈਗੀ ਹੈ, ਤਾਂ ਉੱਥੇ ਵੱਡੇ, ਉਸ ਤੋਂ ਵੀ ਜ਼ਿਆਦਾ ਵੱਡੇ ਪੱਧਰ ਤੇ ਵਿਰੋਧਤਾ ਵੀ ਹੈਗੀ ਹੈ। ਤਾਂ ਫਿਰ ਕਿਤੇ ਨਾ ਕਿਤੇ ਉਸ ਪਾਰਟੀ ਨੂੰ ਵਿਰੋਧ ਦਾ ਵੀ ਸਾਹਮਣਾ ਕਰਨਾ ਪਊਗਾ, ਕਿਤੇ ਨਾ ਕਿਤੇ ਪਾਰਟੀ ਨੂੰ ਦੂਜੇ ਪਾਸੇ ਨੁਕਸਾਨ ਵੀ ਹੋਊਗਾ। ਬਿਲਕੁਲ ਜੀ। ਪਹਿਲੀ ਗੱਲ ਤਾਂ ਵਿਰੋਧ ਦਾ ਸਾਹਮਣਾ, ਦੂਸਰੀ ਗੱਲ ਦਿੱਲੀ ਦਾ ਉਹ ਮਹਾਨ ਅੰਦੋਲਨ ਅਜੇ ਖਤਮ ਹੋਏ ਨੂੰ ਲੰਮਾ ਸਮਾਂ ਨਹੀਂ ਹੋਇਆ, ਹਨਾ ਜੀ। ਤੇ ਜਿਹੜਾ ਕਿਸੇ ਵੀ ਡੇਰੇ ਨਾਲ ਜੁੜਿਆ ਹੋਇਆ ਨਾ ਪੰਜਾਬ ਦੇ ਵਿੱਚ ਜੀ, ਮੈਂ ਦੋ ਬੇਨਤੀਆਂ ਕਰਾਂ। ਪੰਜਾਬ ਦਾ ਸੁਭਾਅ ਇਹ ਹੈ ਜੀ, ਪੰਜਾਬ ਦੇ ਲੋਕਾਂ ਦਾ, ਨਾ ਤਾਂ ਉਹ ਜਾਤ ਨੂੰ ਲੈ ਕੇ ਵਾਲੇ ਕੱਟੜ ਨੇ ਤੇ ਨਾ ਹੀ ਉਹ ਧਰਮ ਨੂੰ ਲੈ ਕੇ ਹੀ ਬਹੁਤ ਜ਼ਿਆਦਾ ਕੱਟੜ ਨੇ। ਜਿਹੜਾ ਡੇਰੇ ਨਾਲ ਜੁੜਿਆ ਵੀ ਹੋਏਗਾ ਨਾ, ਉਹ ਕਿਸਾਨ ਵੀ ਤਾਂ ਹੈਗਾ ਨਾ। ਬਿਲਕੁਲ, ਮੇਰੀ ਬੇਨਤੀ ਸਮਝੇ? ਬਿਲਕੁਲ ਬਿਲਕੁਲ, ਉਹਨੇ ਕਿਸਾਨ ਬਣ ਕੇ ਵੀ ਤਾਂ ਸੋਚਦਾ। ਜਿਹੜੇ ਇਲਾਕੇ ਦੇ ਵਿੱਚ ਡੇਰੇ ਦਾ ਵੋਟ ਜ਼ਿਆਦਾ ਨਾ ਜੀ, ਉਸੇ ਇਲਾਕੇ ਦੇ ਵਿੱਚ ਹੀ ਦਿੱਲੀ ਦੇ ਵਿੱਚ ਜਿਹੜੀ ਅੰਦੋਲਨ ਸ਼ਮੂਲੀਅਤ ਵੀ ਜ਼ਿਆਦਾ ਸੀ, ਇੰਟਰਸਟਿੰਗਲੀ। ਬਿਲਕੁਲ ਉਹੀ ਬਠਿੰਡਾ, ਉਹੀ ਸੰਗਰੂਰ, ਉਹੀ ਮਾਨਸਾ, ਬਰਨਾਲਾ ਇਲਾਕਾ ਜਿਹੜਾ ਨਾ ਜੀ, ਫਰੀਦਕੋਟ ਇਲਾਕਾ, ਉਹਦੀ ਦਿੱਲੀ ਦੇ ਵਿੱਚ ਵੀ ਸ਼ਮੂਲੀਅਤ ਬਹੁਤ ਸੀ। ਤਾਂ ਇੱਕ ਚੀਜ਼ ਤਾਂ ਇਹ ਕਿ ਉਹ ਕਿਸਾਨ ਬਣ ਕੇ ਵੀ ਸੋਚੇਗਾ, ਉਹ ਸਿੱਖ ਬਣ ਕੇ ਵੀ ਸੋਚੇਗਾ। ਬਿਲਕੁਲ ਬਿਲਕੁਲ, ਦੋ ਗੱਲਾਂ। ਤੇ ਤੀਸਰੀ ਗੱਲ, ਜਿਹੜਾ ਵਿਰੋਧ ਹੈ, ਡੇਰੇ ਪ੍ਰਤੀ ਸ਼ਰਧਾ ਵੀ ਬਹੁਤ ਹੈ, ਪਰ ਇੱਕ ਸੈਕਸ਼ਨ ਦੇ ਵਿੱਚ ਡੇਰੇ ਪ੍ਰਤੀ ਜਿਹੜਾ ਕੱਟੜ ਵਿਰੋਧਤਾ ਵੀ ਹੈ। ਤਾਂ ਵਿਰੋਧਤਾ ਵੀ ਸਮਰਥਨ ਨੂੰ ਜਾਂ ਸਪੋਰਟ ਨੂੰ ਮਨਫੀ ਕਰੇਗੀ। ਤਾਂ ਕੋਈ ਲੰਮਾ ਚੌੜਾ ਪ੍ਰਭਾਵ ਮੈਨੂੰ ਉਸ ਪਾਰਟੀ ਨੂੰ ਜਾਂ ਲੰਮਾ ਚੌੜਾ ਫਾਇਦਾ ਮੈਨੂੰ ਮਿਲਦਾ ਨਹੀਂ ਦਿਸਦਾ। ਡਾਕਟਰ ਸਾਹਿਬ ਜੀ, ਜਿੱਥੇ ਚਰਚਾਵਾਂ ਨੇ ਕਿ ਫਾਇਦਾ ਲੈਣ ਦੇ ਲਈ ਉਹਨਾਂ ਨੂੰ ਬਾਹਰ ਲਿਆਂਦਾ ਗਿਆ, ਜਾਂ ਆਪਾਂ ਕਹਿ ਦਈਏ ਕਿ ਵੋਟ ਬੈਂਕ ਨੂੰ ਆਪਣੇ ਵਾਲੇ ਪਾਸੇ ਖਿੱਚਣ ਦੇ ਲਈ, ਤਾਂ ਉੱਥੇ ਹੀ ਜਿਹੜੀ ਬੀਜੇਪੀ ਦੇ ਜੇਲ੍ਹ ਮੰਤਰੀ ਨੇ ਹਰਿਆਣੇ ਦੇ, ਉਹ ਇਹ ਗੱਲ ਕਹਿ ਰਹੇ ਨੇ ਕਿ ਨਹੀਂ ਭਾਈ, ਇਸ ਤਰੀਕੇ ਨਾਲ ਸਾਡੇ ਵੱਲੋਂ ਕੋਈ ਡੇਰਾ ਮੁਖੀ ਦੀ ਮਦਦ ਨਹੀਂ ਕੀਤੀ ਗਈ। ਉਹ ਕਹਿੰਦੇ ਕਿ ਕਾਨੂੰਨ ਦੇ ਮੁਤਾਬਕ ਹੀ ਉਹਨੂੰ ਜਿਹੜਾ ਪੈਰੋਲ ਮਿਲੀ ਹੈ। ਤੇ ਦੂਜੇ ਪਾਸੇ ਲੋਕ ਜਿਹੜੇ ਟਾਈਮਿੰਗ ਨੂੰ ਦੇਖ ਕੇ ਸਵਾਲ ਚੱਕ ਰਹੇ ਨੇ ਕਿ ਬਾਕੀ ਇਤਫਾਕ ਦੀ ਗੱਲ ਹੈ, ਜਿਵੇਂ ਜੇਲ੍ਹ ਮੰਤਰੀ ਕਹਿ ਰਹੇ ਨੇ ਕਿ ਇਤਫਾਕਨ ਜਿਹੜਾ ਹੈਗਾ ਕਿ ਵੋਟਾਂ ਦੇ ਕੋਲੇ ਜਾ ਕੇ ਉਹਨੂੰ ਪੈਰੋਲ ਮਿਲ ਗਈ, ਇਹ ਇੱਕ ਇਤਫਾਕ ਹੈ, ਸਾਡੇ ਵੱਲੋਂ ਕੋਈ ਮਦਦ ਨਹੀਂ। ਕਿ ਵਾਕਈ ਅਸਲੀਅਤ ਇਹ ਹੈ ਜਾਂ ਫਿਰ ਕੁਝ ਹੋਰ ਹੈ? ਵੇਖੋ ਜੀ, ਜਿਹੜੀ ਗੱਲ ਹਰਿਆਣੇ ਦੇ ਜੇਲ੍ਹ ਮੰਤਰੀ ਜੀ ਨੇ ਕਹੀ ਹੈ, ਉਸ ਗੱਲ ਨੂੰ ਵੀ ਕੋਈ ਬਾਂਹ ਖੜੀ ਕਰਕੇ ਝੁਠਲਾ ਨਹੀਂ ਸਕਦਾ। ਕਾਨੂੰਨੀ ਤੌਰ ਤੇ ਇਹ ਚੀਜ਼, ਇਹ ਪੈਰੋਲ ਦਿੱਤੀ ਜਾ ਸਕਦੀ ਸੀ, ਠੀਕ ਨਾ ਜੀ। ਇੱਕ ਤਾਂ ਸਵਾਲ ਇਹ ਹੈ ਕਿ ਕਾਨੂੰਨੀ ਦਾਅ ਪੇਸ਼ ਦਾ, ਕਿ ਮਿਲਣੀ ਚਾਹੀਦੀ ਸੀ ਕਿ ਨਹੀਂ, ਹਨਾ। ਉਹਨਾਂ ਨੇ ਆਪਦਾ ਪੱਖ ਕਲੀਅਰ, ਆਪਦਾ ਪੱਖ ਸਾਫ਼ ਕੀਤਾ ਕਿ ਮਿਲ ਸਕਦੀ ਸੀ ਤਾਂ, ਹਨਾ। ਉਸ ਪੱਖ ਦੇ ਵਿੱਚ ਮੇਰੇ ਖਿਆਲ ਨਾਲ ਬਹਿਸ ਦੀ ਗੁੰਜਾਇਸ਼ ਘੱਟ ਹੈ। ਆਪਾਂ ਨੂੰ ਇਹ ਮੰਨ ਕੇ ਜ਼ਰੂਰ ਚੱਲਣਾ, ਸਵਾਲ ਅਗਲਾ ਜ਼ਰੂਰ ਇਹ ਬਣਦਾ ਕਿ ਕੀ ਇਹ ਵੋਟਾਂ ਦੇ ਪ੍ਰਭਾਵ ਚੋਂ ਨਿਕਲੀ ਹੋਈ ਪੈਰੋਲ ਹੈ ਕਿ ਵੋਟਾਂ ਦੇ ਪ੍ਰਭਾਵ ਚੋਂ ਨਿਕਲੀ ਹੋਈ ਨਹੀਂ ਹੈ। ਮੈਂ ਤਾਂ ਹੀ ਆਪ ਜੀ ਨੂੰ ਇਹੀ ਜਵਾਬ ਦਾ ਕਿ ਜੇ ਇਹਨੂੰ ਮੰਨ ਕੇ ਵੀ ਚੱਲ ਲਈਏ ਕਿ ਇਹਦੀ ਡੀ ਉਹੀ ਹੈ, ਜੇ ਮੰਨ ਕੇ ਵੀ ਚੱਲ ਲਈਏ ਤਾਂ ਬਹੁਤ ਕੁਛ, ਕੋਈ ਜਿਹੜਾ ਲੰਮਾ ਚੌੜਾ ਪ੍ਰਭਾਵ ਇਹ ਸਟੈਪ ਪਾਉਂਦਾ ਨਹੀਂ ਦਿਸਦਾ। ਯਾਨੀ ਨੁਕਸਾਨ ਤਾਂ ਫਿਰ ਹੋਊਗਾ ਜਿਹੜਾ ਕੇਡਰ, ਜਿਹੜਾ ਸੈਕਸ਼ਨ ਡੇਰਾ ਵਿਰੋਧੀ ਹੈ। ਦੇਖੋ ਜੀ, ਉਹੀ ਗੱਲ, ਜਿੰਨੀਆਂ ਕੁ ਪਲੱਸ ਉਨੀਆਂ ਕੁ ਮਾਈਨਸ ਹੋ ਜਾਣੀਆਂ। ਬਿਲਕੁਲ 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 ਬਿਲਕੁਲ, ਕੋਈ ਲੰਮਾ ਚੌੜਾ ਪ੍ਰਭਾਵ ਨਹੀਂ ਹੋਣਾ। ਇਹ ਤਾਂ ਅੱਜ ਦੀ ਡਿਵੈਲਪਮੈਂਟ, ਪਲੱਸ ਮਾਈਨਸ ਹੀ ਹੁੰਦੇ ਆ ਜੀ, ਹਨਾ। ਬਿਲਕੁਲ ਹਿਸਾਬ ਦੇ ਵਿੱਚ, ਬਿਲਕੁਲ ਬਿਲਕੁਲ। ਤੇ ਦੂਜੀ ਆਪਾਂ ਗੱਲ ਕਰੀਏ, ਇਹ ਤਾਂ ਅੱਜ ਦੀ ਡਿਵੈਲਪਮੈਂਟ ਦੀ ਗੱਲ ਸੀ। ਇੱਕ ਕੱਲ ਜਿਹੜੀ ਵੱਡੀ ਪੋਲੀਟੀਕਲ ਡਿਵੈਲਪਮੈਂਟ ਹੋਈ ਹੈ, ਕਾਂਗਰਸ ਨੇ ਆਪਣੇ ਸੀਐਮ ਚਿਹਰੇ ਦਾ ਐਲਾਨ ਕੀਤਾ ਹੈ, 24 ਘੰਟੇ ਦਾ ਜਿਹੜਾ ਸਮਾਂ ਹੋ ਗਿਆ।
ਇਹਨਾਂ 24 ਘੰਟਿਆਂ ਦੇ ਵਿੱਚ ਸੀਐਮ ਚਿਹਰੇ ਦਾ ਐਲਾਨ ਹੋਣ ਤੋਂ ਬਾਅਦ, ਦਲਿਤ ਕਾਰਡ ਖੇਡਣ ਤੋਂ ਬਾਅਦ, ਕਾਂਗਰਸ ਦੇ ਲੀਡਰ ਕਹਿੰਦੇ ਨੇ ਕਿ ਰਾਹੁਲ ਗਾਂਧੀ ਦਾ ਇਤਿਹਾਸਕ ਫੈਸਲਾ ਹੈ, ਜੇ ਉਹਨਾਂ ਦੀ ਮੰਨੀਏ ਇਤਿਹਾਸਕ ਤੇ ਕਾਂਗਰਸ ਦਾ ਸ਼ਾਨਦਾਰ ਜੇ ਵਾਕਈ ਇਹ ਫੈਸਲਾ, ਤੇ ਉਸ ਫੈਸਲੇ ਤੋਂ 24 ਘੰਟੇ ਬਾਅਦ ਪੰਜਾਬ ਦੀ ਸਿਆਸਤ ਕਿੰਨੀ ਕੁ ਬਦਲੀ ਹੈ, ਕਿੰਨਾ ਕੁ ਫਾਇਦਾ ਲੱਗ ਰਿਹਾ ਹੈ ਚਰਨਜੀਤ ਸਿੰਘ ਚੰਨੀ ਨੂੰ ਅੱਗੇ ਲੈ ਕੇ ਆਉਣ ਦਾ, ਕਿੰਨਾ ਕੁ ਨੁਕਸਾਨ ਲੱਗ ਰਿਹਾ ਹੈ ਨਵਜੋਤ ਸਿੰਘ ਸਿੱਧੂ ਨੂੰ ਸਾਈਡਲਾਈਨ ਕਰਨ ਦਾ? 24 ਘੰਟਿਆਂ ਬਾਅਦ ਸਿਆਸਤ ਕਿੱਥੇ ਖੜੀ ਹੈ ਕਾਂਗਰਸ ਦੀ ਖਾਸ ਕਰਕੇ? ਮੇਰੀ ਬੇਨਤੀ ਹੈ ਜੀ ਕਿ ਜਿਹੜਾ ਵੋਟਰ ਆ ਨਾ, ਉਹ ਮਨੁੱਖ ਆ ਨਾ, ਬੰਦਾ ਜਜ਼ਬਾਤੀ, ਤੇ ਉਹ ਹੈਗਾ ਨਾ ਜੀ ਕਿ ਸ਼ਿਵ ਕੌਰ ਬਟਾਲਵੀ ਦਾ ਕਿ ਦਿਲ ਦਰਿਆ ਸਮੁੰਦਰ ਡੂੰਘੇ, ਕੌਣ ਦਿਲਾਂ ਦੀਆਂ ਜਾਣੇ, ਹਨਾ? ਪਾਰਟੀਆਂ ਜਿਹੜੀਆਂ ਨੇ ਉਹ ਕਲਸਟਰ ਦੇਖਦੀਆਂ, ਉਹ ਗਰੁੱਪ ਦੇਖਦੀਆਂ, ਹਨਾ? ਪਰ ਇੱਕ ਬੰਦੇ ਦੀ ਸਮਾਜਿਕ ਆਇਡੈਂਟੀਟੀ ਜਿਹੜੀ ਆ ਉਹ ਇੱਕ ਹੀ ਨਹੀਂ ਹੁੰਦੀ। ਪਹਿਲੀ ਗੱਲ ਤਾਂ ਸਿਰਫ ਦਲਿਤ ਕੇ ਸੋਚਦਾ ਹੋਏਗਾ, ਜੱਟ ਸਿੱਖ ਸਿਰਫ ਜੱਟ ਬਣ ਕੇ ਸੋਚੇਗਾ, ਉਹ ਵੀ ਪੰਜਾਬ ਦਾ, ਹਨਾ? ਆਪ ਤਕਰੀਬਨ ਦੂਸਰੇ ਦੇਸ਼ ਦੇ ਖਿੱਤਿਆਂ ਨਾਲੋਂ ਖੁੱਲਾ ਡੁੱਲਾ। ਮੈਂ ਇਹ ਗੱਲ ਤਾਂ ਕਹਿ ਰਿਹਾ, ਸੰਦਰਭ 'ਚ ਕਹਿ ਰਿਹਾ ਕਿ ਹਾਂ, ਜਦੋਂ ਚਰਨਜੀਤ ਚੰਨੀ ਜੀ ਨੂੰ ਸਤੰਬਰ ਦੇ ਵਿੱਚ ਮੁੱਖ ਮੰਤਰੀ ਐਲਾਨ ਦਿੱਤਾ ਗਿਆ ਸੀ, ਕੈਪਟਨ ਅਮਰਿੰਦਰ ਸਿੰਘ ਜੀ ਨੂੰ ਰਿਪਲੇਸ ਕਰਕੇ, ਦਲਿਤਾਂ ਦੇ ਵਿੱਚ ਉਦੋਂ ਹੀ ਇੱਕ ਸਕਾਰਾਤਮਕ ਪ੍ਰਭਾਵ ਬਣ ਗਿਆ ਸੀ ਜੀ। ਤਾਂ ਉਹ ਹੁਣ ਬਹੁਤ ਹੋਰ ਵਧਿਆ ਹੋਏਗਾ, ਉਹ ਨਹੀਂ ਪਹਿਲਾਂ ਬਣਿਆ ਹੋਇਆ ਪ੍ਰਭਾਵ ਹੋਇਆ, ਉਹ ਪ੍ਰਭਾਵ ਬਣਨਾ ਸੀ। ਮੈਂ ਉਹਨੂੰ ਕੋਈ ਡਿਸਾਈਸਿਵ ਨਹੀਂ ਮੰਨਦਾ। ਕਿਉਂ ਭਲਾ? ਕਿਉਂਕਿ ਮੈਂ ਪੰਜਾਬ ਦੇ ਵਿੱਚ ਦਲਿਤਾਂ ਨੂੰ ਦੂਸਰੇ ਵਰਗਾਂ ਤੋਂ ਤੇ ਦੂਸਰੇ ਵਰਗਾਂ ਨੂੰ ਦਲਿਤਾਂ ਤੋਂ ਟੁੱਟਿਆ ਹੋਇਆ ਦੇਖਦਾ ਹੀ ਨਹੀਂ ਇੰਨਾ, ਜਿੰਨਾ ਬਿਲਕੁਲ ਬਿਲਕੁਲ ਤੁਹਾਡੀ ਗੱਲ ਠੀਕ ਹੈ, ਬਿਲਕੁਲ ਮੈਂ ਉਹਨਾਂ ਟੁੱਟਿਆ ਦੇਖਦਾ ਹੀ ਨਹੀਂ। ਠੀਕ ਹੈ ਨਾ ਜੀ? ਮੈਨੂੰ ਤਾਂ ਦਲਿਤ ਦੀ ਤੇ ਜੀਤ ਦਾ ਹੁਣ ਕਹਿ ਰਿਹਾ ਜੀ ਕਿ ਪਹਿਲੀ ਵਾਰੀ ਇਹ 1966 ਤੋਂ ਬਾਅਦ ਗਿਆਨੀ ਜੈਲ ਸਿੰਘ ਜੀ ਸੀਗੇ ਜਿਹੜੇ ਜਾਤੀ ਦੇ ਸੀ, ਉਸ ਤੋਂ ਬਾਅਦ ਸਾਰੇ ਜੱਟ ਸੀਐਮ ਬਣੇ ਜੀ, ਇਹ ਪਹਿਲੇ ਦਲਿਤ ਸੀਐਮ ਜੀ। ਤਾਂ ਮੈਂ ਇਹੋ ਜਿਹਾ ਪੰਜਾਬ ਵੇਖਣ ਦੀ ਬਜਾਏ ਮੈਂ ਸੰਤਰਾਮ ਉਦਾਸੀ ਜੀ ਵਾਲਾ ਪੰਜਾਬ ਵੇਖਣਾ ਪਸੰਦ ਕਰਦਾ। ਉਹ ਗਲ ਲੱਗ ਕੇ ਸੀਰੀ ਦੇ ਜੱਟ ਰੋਇਆ ਕਣਕਾਂ ਦਾ ਬੋਲ ਵੇਖ ਕੇ। ਸਾਡੀ ਜਿਹੜੀ ਸਾਂਝ ਹੈ ਨਾ ਜੀ, ਨਾ ਤਾਂ ਜੱਟ ਸਿੱਖ ਨੂੰ ਹੁਣ ਇਹ ਹੋਣਾ ਕਿ ਹਾਂ ਜਿਵੇਂ ਹਰਿਆਣੇ 'ਚ ਨਹੀਂ ਹੋਇਆ ਕਿ ਜੀ ਜਾਟ ਹੁਣ ਨਹੀਂ ਹੈਗਾ ਰਾਜਨੀਤੀ 'ਚ, ਸੀ ਇੱਕ ਪੋਲਰਾਈਜ਼ ਜਾਟਾਂ ਦੀ। ਪੰਜਾਬ 'ਚ ਇਸ ਤਰ੍ਹਾਂ ਨਹੀਂ ਹੈ। ਪੰਜਾਬ 'ਚ ਨਾ ਤਾਂ ਜੱਟ ਸਿੱਖ ਨੇ ਕੋਈ ਵਿਰੋਧ ਕਰਨਾ ਇਸ ਚੀਜ਼ ਦਾ ਕਿ ਸਾਡਾ ਸੀਐਮ ਕਿਉਂ ਨਹੀਂ, ਨਾ ਹੀ ਦਲਿਤਾਂ ਨੇ ਸਿਰਫ ਦਲਿਤ ਬਣ ਕੇ ਸੋਚਣਾ। ਬਿਲਕੁਲ ਬਿਲਕੁਲ। ਤਾਂ ਜਿੰਨਾ ਕੁ ਫਾਇਦਾ ਹੋਣਾ ਸੀ, ਉਹ ਸਤੰਬਰ ਤੋਂ ਜਿੰਨੀ ਕੁ ਵੋਟ ਵਧਣੀ ਸੀ ਨਾ ਜੀ, ਚਰਨਜੀਤ ਚੰਨੀ ਜੀ ਸਤੰਬਰ ਤੋਂ ਹੀ ਸੀਐਮ ਨੇ। ਕੱਲ ਤਾਂ ਸਿਰਫ ਉਹਨਾਂ ਦੀ ਮੋਹਰ ਲੱਗੀ ਹੈ ਕਿ 2022 ਦੇ ਜਿਹੜੀ ਚਲੋ 2022 ਤਾਂ ਆ ਗਿਆ, ਜਿਹੜੇ ਆਹ ਇਲੈਕਸ਼ਨ ਨੇ, ਇਲੈਕਸ਼ਨਸ ਦੇ ਵਿੱਚ ਸਾਡਾ ਮੁੱਖ ਮੰਤਰੀ ਦਾ ਚਿਹਰਾ ਇਹ ਹੋਣਗੇ। ਉਹਦੇ ਨਾਲ ਦਲਿਤ ਭਾਈਚਾਰੇ ਨੂੰ ਜਿਹਨੇ ਪ੍ਰਾਇੋਰਟੀ ਤੇ ਚੀਜ਼ ਰੱਖਣੀ ਹੋਏਗੀ, ਉਹਨੂੰ ਤਸੱਲੀ ਜ਼ਰੂਰ ਹੋਏਗੀ। ਕੋਈ ਲੰਮਾ ਪਈ ਕੰਮ ਦੀ ਵੋਟ ਪਰਸੈਂਟੇਜ ਦੇ ਵਿੱਚ ਬੜਾ ਹੋਰ ਫਰਕ ਆ ਗਿਆ ਨਹੀਂ, ਸਤੰਬਰ ਨਹੀਂ ਆ ਚੁੱਕਿਆ ਪਹਿਲਾਂ ਹੀ। ਤੇ ਨਵਜੋਤ ਸਿੰਘ ਸਿੱਧੂ ਨੂੰ ਸਾਈਡਲਾਈਨ ਕਰਨ ਦਾ ਸਰ ਨੁਕਸਾਨ ਕਿੰਨਾ ਕੁ ਵੱਡਾ ਹੋਇਆ? ਹਾਂ, ਨਵਜੋਤ ਸਿੰਘ ਸਿੱਧੂ ਨੂੰ ਹੁਣ ਚੁਣਨਾ ਕੀ ਸੀਗਾ ਜੀ? ਚੁਣਨਾ ਸੀ ਜੀ ਇੱਕ ਪਾਸੇ ਉਹ ਆਗੂ ਜਿਹੜਾ ਜੀ ਤੁਹਾਨੂੰ ਨਵੀਂ ਰਾਜਨੀਤੀ ਦੇਣ ਦੀ ਗੱਲ ਕਰ ਰਿਹਾ, ਜਿਹੜਾ ਰਾਜਨੀਤੀ ਸਫਾਈ ਦੀ ਗੱਲ ਕਰ ਰਿਹਾ, ਹਨਾ? ਇੱਕ ਸੀ ਨਹੀਂ ਟ੍ਰੈਡੀਸ਼ਨਲ ਰਾਜਨੀਤੀ, ਕਿਹੜੀ ਜਾਤੀ ਆਧਾਰਿਤ, ਧਰਮ ਆਧਾਰਿਤ, ਕਿ ਤੁਸੀਂ ਸਿੱਖ ਵੀ ਲੱਭ ਲਿਆ ਜੀ, ਤੁਸੀਂ ਦਲਿਤ ਲੱਭ ਲਿਆ ਜੀ, ਇਹ ਕੈਲਕੂਲੇਸ਼ਨ। ਤਾਂ ਜਦੋਂ ਤੁਸੀਂ ਦਲਿਤਾਂ ਦਾ ਜਿਹੜਾ 31.9 ਜਾਂ 32% ਹੋ ਸਕਦਾ ਉਸ ਤੋਂ ਵੱਧ ਗਿਆ ਹੋਵੇ, ਜਦੋਂ ਤੁਸੀਂ ਦਲਿਤਾਂ ਦਾ 32% ਜਿਹੜਾ ਵੋਟ ਹੈ ਟਾਰਗੇਟ ਕੇ ਜਾਤੀ ਜਿਹੜੀ ਉਹਦੇ ਤਹਿਤ ਤੁਸੀਂ ਕਹਿ ਰਹੇ ਹੋ ਕਿ ਅਸੀਂ ਦਲਿਤ ਪਰਿਵਾਰ ਤੋਂ ਆਏ ਹੋਏ ਚਰਨਜੀਤ ਚੰਨੀ ਜੀ ਨੇ ਉਹਨਾਂ ਨੂੰ ਸੀਐਮ ਡਿਕਲੇਅਰ ਕੀਤਾ, ਜਿੰਨਾ ਕੁ ਉਹਦਾ ਫਾਇਦਾ ਹੋਣਾ ਉਹਨਾਂ ਭਾਵੇਂ ਨਹੀਂ, ਪਰ ਹਾਂ ਜਿਹੜਾ ਉਹ ਵੋਟਰ ਜਿਹੜਾ ਕਾਂਗਰਸ ਦੇ ਨਾਲ ਪੁਰਾਣਾ ਜੁੜਿਆ ਹੋਇਆ, ਪਰ ਉਹ ਨਾਲ ਦੀ ਨਾਲ ਸੁਧਾਰਵਾਦੀ ਵੀ ਆ, ਉਹ ਨਾਲ ਦੀ ਨਾਲ ਕਰੈਕਸ਼ਨਿਸਟ ਵੀ ਆ, ਬਿਲਕੁਲ ਉਹ ਅਸਰਟਿਵ ਵੀ ਆ, ਉਹ ਕੋਈ ਬਦਲਾਅ ਚਾਹੁੰਦਾ, ਉਹ ਜ਼ਰੂਰ ਸਾਈਡ ਲਾਈਨ ਹੋਏਗਾ। ਖਾਸ ਕਰਕੇ ਉਦੋਂ ਜਦੋਂ ਉਹਦੇ ਕੋਲ ਇੱਕ ਵਿਕਲਪ ਹੈਗਾ ਆਮ ਆਦਮੀ ਪਾਰਟੀ, ਜਿਹੜਾ ਕਿ ਉਹ ਪਾਰਟੀ ਵੀ ਸੁਧਾਰ ਦੀ ਗੱਲ। ਮੈਂ ਡਾਕਟਰ ਸਾਹਿਬ ਕੱਲ ਵੀ ਉਹੀ ਗੱਲ ਕਰ ਰਿਹਾ ਸੀ ਜੋ ਮੈਨੂੰ ਮਹਿਸੂਸ ਹੋ ਰਿਹਾ ਹੈ। ਹੋ ਸਕਦਾ ਮੈਂ ਗਲਤ ਹੋਵਾਂ, ਹੋ ਸਕਦਾ ਮੈਂ ਸਹੀ ਹੋਵਾਂ, ਸ਼ਾਇਦ ਤੁਸੀਂ ਮੇਰੀ ਗੱਲ ਨਾਲ ਸਹਿਮਤ ਹੋ। ਮੈਂ ਰਾਤ ਵੀ ਕੱਲ ਦੇ ਪ੍ਰੋਗਰਾਮ ਦੇ ਵਿੱਚ ਵੀ ਇਹੀ ਗੱਲ ਕਰਕੇ ਹਟਿਆ ਸੀ ਕਿ ਜਿਹੜੇ ਬਦਲਾਵ ਦੀ ਰਾਜਨੀਤੀ ਚਾਹੁੰਦੇ ਨੇ ਨਾ, ਜਿਹੜੇ ਬਦਲਾਵ ਦੀ ਗੱਲ ਕਰ ਰਹੇ ਨੇ ਪੰਜਾਬ ਦੇ ਅੰਦਰ, ਉਹ ਫੋਲੋਅਰ ਨਵਜੋਤ ਸਿੰਘ ਸਿੱਧੂ ਦੇ ਵੀ ਨੇ ਤੇ ਉਹ ਫੋਲੋਅਰ ਆਮ ਆਦਮੀ ਪਾਰਟੀ ਦੇ ਨੇ ਵੀ। ਜਾਨੀ ਕਿ ਦੋ ਭਾਗਾਂ ਦੇ ਵਿੱਚ ਪੰਜਾਬ ਨੂੰ ਬਦਲਦਾ ਦੇਖਣ ਵਾਲੇ ਲੋਕ ਦੋ ਭਾਗਾਂ ਦੇ ਵਿੱਚ ਵੰਡੇ ਹੋਏ ਸੀ। ਇੱਕ ਭਾਗ ਨੂੰ ਨਵਜੋਤ ਤੋਂ ਆਸ ਸੀ, ਦੂਜੇ ਭਾਗ ਨੂੰ ਆਮ ਆਦਮੀ ਪਾਰਟੀ ਤੋਂ ਆਸ ਸੀ। ਹੁਣ ਜਦੋਂ ਨਵਜੋਤ ਸਿੰਘ ਸਿੱਧੂ ਤੋਂ ਉਹਨਾਂ ਦੀ ਆਸ ਖਤਮ ਹੋ ਗਈ, ਜਦ ਕਿ ਨਵਜੋਤ ਸਿੰਘ ਸਿੱਧੂ ਨੂੰ ਸੀਐਮ ਦਾ ਚਿਹਰਾ ਨਹੀਂ ਬਣਾਇਆ ਗਿਆ,
ਨਵਜੋਤ ਸਿੰਘ ਸਿੱਧੂ ਦੇ ਹੱਥ 'ਚ ਪਾਵਰ ਦੇਣੀ ਨਹੀਂ ਪਾਰਟੀ ਨੇ, ਤੇ ਉਹਨਾਂ ਨੂੰ ਇਹ ਗੱਲ ਪਤਾ ਲੱਗ ਗਿਆ ਕਿ ਭਾਈ ਨਵਜੋਤ ਨੂੰ ਪਾਰਟੀ ਨੇ ਪਾਵਰ ਨਹੀਂ ਦੇਣੀ, ਉਹ ਪੰਜਾਬ ਦਾ ਹੁਣ ਨਹੀਂ ਸਵਾਰ ਸਕਦਾ ਆਪਣੇ ਤੌਰ ਤੇ। ਤਾਂ ਉਹ ਫਿਰ ਜਿਹੜਾ ਨਵਜੋਤ ਦੇ ਮਗਰ ਲੱਗਿਆ ਵੋਟਰ ਸੀ ਜਿਹੜਾ ਪੰਜਾਬ ਬਦਲਣਾ ਚਾਹੁੰਦਾ ਸੀ, ਉਹ ਆਮ ਆਦਮੀ ਪਾਰਟੀ ਵਾਲੇ ਪਾਸੇ ਵੀ ਡਿਵਰਟ ਹੋ ਸਕਦਾ। ਡਾਕਟਰ ਸਾਹਿਬ ਤੁਸੀਂ ਮੇਰੀ ਗੱਲ ਨਾਲ ਸਹਿਮਤ ਹੋ? ਪਾਰਟੀ ਵਾਲੇ ਪਾਸੇ ਡਿਵਰਟ ਹੋਏਗਾ ਜੀ, ਹੁਣ ਉਹ ਹੋਏਗਾ। ਵੇਖੋ ਜੀ, ਵੇਖਣਾ ਹੁਣ ਇਹ ਵੀ ਪਊਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਤੱਕ ਜਿਹੜੀ ਇਲੈਕਸ਼ਨ ਕੈਂਪੇਨ ਚੱਲ ਰਹੀ ਹੈ ਤੇ ਵੋਟਾਂ ਦੇ ਦਿਨ ਤੱਕ ਨਵਜੋਤ ਸਿੰਘ ਸਿੱਧੂ ਜੀ ਦੀਆਂ ਸਟੇਟਮੈਂਟਸ ਕੀ ਆ ਰਹੀਆਂ। ਹਾਂ ਠੀਕ ਆ, ਕੱਲ ਉਹਨਾਂ ਨੇ ਚਰਨਜੀਤ ਚੰਨੀ ਜੀ ਨੂੰ ਜਦੋਂ ਸੀਐਮ ਡਿਕਲੇਅਰ ਕੀਤਾ ਗਿਆ ਤਾਂ ਉਹਨਾਂ ਨੇ ਬਾਹ ਖੜੀ ਕੀਤੀ ਚਰਨਜੀਤ ਚੰਨੀ ਜੀ ਦੇ ਹੱਕ ਵਿੱਚ, ਚਰਨਜੀਤ ਚੰਨੀ ਜੀ ਦੀ ਵੀ ਬਾਹ ਖੜੀ ਕੀਤੀ। ਪਰ ਕੀ ਉਹ ਜਿਹੜੀਆਂ ਹੁਣ ਸਟੇਟਮੈਂਟਸ ਦਿੰਦੇ ਨੇ ਵੋਟਾਂ ਤੱਕ, ਕੀ ਉਹ ਉਤਸ਼ਾਹ ਵਾਲੀਆਂ ਨੇ? ਕੀ ਉਹ ਲੋਕਾਂ ਨੂੰ ਇਹ ਸੁਨੇਹਾ ਦੇਣ ਵਾਲੀਆਂ ਕਿ ਉਹ ਚਰਨਜੀਤ ਚੰਨੀ ਜੀ ਦਾ ਸਾਥ ਦੇਣ, ਕਿ ਉਦਾਸੀਨਤਾ ਵਾਲੀਆਂ? ਕਿਉਂਕਿ ਉਹਨਾਂ ਨੇ ਕੱਲ ਤੱਕ, ਜਦੋਂ ਤੱਕ ਚਰਨਜੀਤ ਚੰਨੀ ਜੀ ਨੂੰ ਰਸਮੀ ਤੌਰ ਤੇ ਇਹਨਾਂ ਵੋਟਾਂ ਦੇ ਸੰਦਰਭ ਦੇ ਵਿੱਚ ਕਾਂਗਰਸ ਨੇ ਸੀਐਮ ਚਿਹਰਾ ਨਹੀਂ ਐਲਾਨਿਆ ਸੀ, ਉਸ ਤੋਂ ਇੱਕ ਦਿਨ ਪਹਿਲਾਂ ਤੱਕ ਵੀ ਉਹਨਾਂ ਦੀਆਂ ਮੀਡੀਆ ਦੇ ਵਿੱਚ ਇਹ ਸਟੇਟਮੈਂਟਸ ਆਉਂਦੀਆਂ ਰਹੀਆਂ ਕਿ ਜੀ ਬੇਦਾਗ ਚਿਹਰਾ ਚਾਹੀਦਾ, ਧੜੱਲੇਦਾਰ ਚਿਹਰਾ ਚਾਹੀਦਾ, ਸਾਫ਼ ਅਕਸ ਵਾਲਾ ਚਿਹਰਾ ਚਾਹੀਦਾ। ਤਾਂ ਹੁਣ ਉਹ ਕੀ ਉਹ ਸਾਫ਼ ਅਕਸ ਦੀ ਗੱਲ ਉਵੇਂ ਕਰਨਗੇ? ਕੀ ਉਹ ਲੋਕਾਂ ਨੂੰ ਜਾਂ ਆਪਦੇ ਸਪੋਰਟਰਸ ਨੂੰ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕਰਨਗੇ ਕਿ ਮੈਨੂੰ ਜੋ ਮੇਰਾ ਬਣਦਾ ਸੀ ਉਹ ਨਹੀਂ ਮਿਲਿਆ? ਕਿ ਉਹ ਉਤਸ਼ਾਹ ਨਾਲ ਆਪਦੇ ਸਪੋਰਟਰਸ ਨੂੰ ਕਾਂਗਰਸ ਨਾਲ ਜੋੜਨ ਦੀ ਕੋਸ਼ਿਸ਼ ਕਰਨਗੇ? ਇਹਦੇ ਤੋਂ ਵੀ ਫਰਕ ਪਏਗਾ ਕਿ ਸੁਧਾਰਵਾਦੀ ਵੋਟਰ ਜਿਹੜਾ ਕਾਂਗਰਸ ਨਾਲ ਜੁੜਿਆ ਹੋਇਆ ਸੀ, ਉਹ ਕਾਂਗਰਸ ਨਾਲ ਜੁੜਿਆ ਹੋਇਆ ਰਹਿੰਦਾ ਕਿ ਟੁੱਟ ਕੇ ਆਮ ਆਦਮੀ ਪਾਰਟੀ ਨਾਲ ਜਾਂਦਾ। ਉਹ ਨਵਜੋਤ ਸਿੰਘ ਸਿੱਧੂ ਜੀ ਦੀ ਆਉਣ ਵਾਲੀ ਜਿਹੜੀ 12-15 ਦਿਨਾਂ ਦੀ ਰਾਜਨੀਤੀ ਹੈ, ਉਹ ਇਹਦਾ ਫੈਸਲਾ ਕਰੇਗੀ। ਪਤਾ ਲੱਗ ਜਾਊਗਾ ਕਿ ਨਵਜੋਤ ਪੰਜਾਬ ਦੀ ਰਾਜਨੀਤੀ ਦੇ ਵਿੱਚ ਜਾਂਦੇ ਨੇ ਪ੍ਰਚਾਰ ਕਰਨ ਦੇ ਲਈ ਆਪਣੇ ਹੋਰਾਂ ਵੋਟਰਾਂ ਜਿਹੜੇ ਉਹਨਾਂ ਦੇ ਕੈਂਡੀਡੇਟਸ ਦੇ ਲਈ, ਜਾਂ ਫਿਰ ਆਪਣਾ ਹੀ ਸੀਟ ਦੇ ਉੱਪਰ ਕਨਸੈਂਟਰੇਟ ਕਰਦੇ ਨੇ। ਇਹ ਵੀ ਗੱਲ ਦੇਖਣ ਵਾਲੀ ਹੋਊਗੀ। ਦੇਖੋ ਜੀ, ਉਹਨਾਂ ਨੂੰ ਆਪਦੀ ਸੀਟ ਦੇ ਉੱਪਰ ਵੀ ਕਨਸੈਂਟਰੇਟ ਕਰਨਾ ਪਏਗਾ। ਹਾਲਾਂਕਿ ਉਹ ਇੱਕ ਪੰਜਾਬ ਪੱਧਰ ਤੇ, ਮੈਂ ਤਾਂ ਰਾਸ਼ਟਰੀ ਪੱਧਰ ਦੇ ਕਹੂੰਗਾ ਜੀ, ਹਨਾ, ਚਿਹਰਾ ਨੇ, ਰਾਸ਼ਟਰੀ ਪੱਧਰ ਦਾ ਚਿਹਰਾ ਨੇ ਤੇ ਰਾਜ ਪੱਧਰ ਦੇ ਉਹ ਲੀਡਰ ਨੇ। ਉਹਨਾਂ ਦੇ ਦੂਜੀਆਂ ਕਨਸਟੀਚੁਐਂਸੀਜ਼ ਦੇ ਵਿੱਚ ਵੀ ਆਪਦੇ ਕਾਂਗਰਸ ਪਾਰਟੀ ਦੇ ਜਿਹੜੇ ਉਮੀਦਵਾਰ ਨੇ, ਉਹਨਾਂ ਦੇ ਹੱਕ ਦੇ ਵਿੱਚ ਬੋਲਣ ਨਾਲ, ਹੋਕਾ ਦੇਣ ਨਾਲ ਉਹਨਾਂ ਲੀਡਰਾਂ ਨੂੰ ਵੀ ਜਿਹੜਾ ਸਕਾਰਾਤਮਕ ਸਮਰਥਨ ਜਿਹੜਾ ਉਹਨਾਂ ਦਾ ਵਧੂਗਾ। ਪਰ ਉਹਨਾਂ ਨੂੰ, ਕਿਉਂਕਿ ਵਿਕਰਮ ਮਜੀਠੀਆ ਜੀ ਦੇ ਇਹਨਾਂ ਦੇ ਖਿਲਾਫ ਚੋਣ ਲੜਨ ਨਾਲ, ਇਹਨਾਂ ਦੇ ਬਰਾਬਰ ਚੋਣ ਮੈਦਾਨ ਦੇ ਵਿੱਚ ਆ ਜਾਣ ਨਾਲ ਇਹਨਾਂ ਦਾ ਆਪਦਾ ਜ਼ੋਰ ਵੀ ਬਹੁਤ ਜ਼ਿਆਦਾ ਲੱਗੂਗਾ। ਖਾਸ ਕਰਕੇ ਜਿਹੜੇ ਸਮੀਕਰਨ ਇਹਨਾਂ ਦੇ ਕਾਂਗਰਸ ਪਾਰਟੀ ਦੇ ਵਿੱਚ ਖੁਦ ਨਵਜੋਤ ਸਿੱਧੂ ਜੀ ਦੇ ਬਣੇ ਹੋਏ ਨੇ। ਨੁਕਸਾਨ ਡਾਕਟਰ ਸਾਹਿਬ ਕਿੰਨਾ ਕੁ ਹੋਊਗਾ ਨਵਜੋਤ ਨੂੰ ਸਾਈਡ ਲਾਈਨ ਕਰਨਾ? ਕਿਉਂਕਿ ਇੱਕ ਉਹ ਚਿਹਰਾ, ਜਿਵੇਂ ਤੁਸੀਂ ਕਿਹਾ, ਇੱਕ ਉਹ ਚਿਹਰਾ ਜਿਹੜਾ ਪੰਜਾਬ ਨੂੰ ਰੋਡ ਮੈਪ ਦੇ ਰਿਹਾ ਸੀ, ਇੱਕ ਉਹ ਚਿਹਰਾ ਜਿਹੜਾ ਪੰਜਾਬ ਦੀ ਰਾਜਨੀਤੀ ਨੂੰ ਬਦਲਣ ਦੀ ਗੱਲ ਕਰ ਰਿਹਾ ਸੀ। ਤੇ ਉਸ ਬੰਦੇ ਨੇ, ਤੁਹਾਨੂੰ ਚੇਤਾ ਹੋਊ ਕਿ ਜਦੋਂ ਨਵਜੋਤ ਸਿੰਘ ਸਿੱਧੂ ਪ੍ਰਧਾਨ ਬਣੇ ਸੀ ਤੇ ਚਰਨਜੀਤ ਸਿੰਘ ਚੰਨੀ ਹੋਰਾਂ ਦੀ ਸਰਕਾਰ ਹਲੇ ਬਣੀ ਨੂੰ 5 ਦਿਨ ਹੋਏ ਸੀ ਤੇ ਉਹਨਾਂ ਨੇ ਅਸਤੀਫਾ ਦੇਤਾ ਸੀ ਆਪਣੀ ਪ੍ਰਧਾਨਗੀ ਦੇ ਅਹੁਦੇ ਤੋਂ, ਇਹ ਕਹਿੰਦੇ ਆ ਕਿ ਏਜੀ ਤੇ ਡੀਜੀ ਦੀ ਨਿਯੁਕਤੀ ਗਲਤ ਹੋਈ ਹੈ, ਕਰਪਟ ਮੰਤਰੀਆਂ ਨੂੰ ਸਰਕਾਰ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ। ਤੇ ਨਾਲ ਹੀ ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਸੀ ਕਿ ਚੰਨੀ ਸਰਕਾਰ ਦੀ 5 ਦਿਨਾਂ ਦੀ ਸਰਕਾਰ ਹੈ ਜਿਹੜੀ, ਉਦੋਂ 5 ਦਿਨਾਂ ਦੀ ਹੋਈ ਸੀ ਹਲੇ, ਕਿ ਇਸ ਦੇ ਵਿੱਚ ਬਦਲੀਆਂ ਨੂੰ ਲੈ ਕੇ ਵੱਡੇ ਪੱਧਰ ਤੇ ਧਾਂਦਲੀ ਹੋਈ ਹੈ। ਇੱਕ ਅਜਿਹਾ ਬੰਦਾ ਜਿਹੜਾ ਸੱਚ ਦੀ ਗੱਲ ਕਰਦਾ ਤੇ ਆਪਣੀ ਪਾਰਟੀ ਨੂੰ ਵੀ ਨਿਸ਼ਾਨੇ ਤੇ ਲੈਣ ਤੋਂ ਨਹੀਂ ਡਰਦਾ, ਸੱਚੀ ਗੱਲ ਕਹਿਣ ਤੋਂ ਨਹੀਂ ਡਰਦਾ। ਦੂਜੇ ਪਾਸੇ ਉਹ ਮੁੱਖ ਮੰਤਰੀ ਜਿਹਦਾ ਭਾਣਜਾ ਫੜਿਆ ਜਾਂਦਾ ਹੈ, ਜਿਹਦਾ ਪਰਿਵਾਰਕ ਮੈਂਬਰ ਫੜਿਆ ਜਾਂਦਾ ਹੈ, ਨਜਾਇਜ਼ ਮਾਈਨਿੰਗ ਦੇ ਚੱਕਰ 'ਚ ਉਹਦੇ ਘਰੋਂ ਕਰੋੜਾਂ ਰੁਪਈਆ ਫੜਿਆ ਜਾਂਦਾ ਹੈ, ਤੇ ਉਹ ਮੰਨ ਵੀ ਜਾਂਦਾ ਕਿ ਵਾਕਈ ਇਹ ਪੈਸਾ ਨਜਾਇਜ਼ ਮਾਈਨਿੰਗ ਦਾ, ਔਰ ਮੰਨ ਵੀ ਜਾਂਦਾ ਕਿ ਇਹ ਵਾਕਈ ਜਿਹੜੀਆਂ ਬਦਲੀਆਂ ਤੇ ਪੋਸਟਿੰਗਾਂ ਕਰਾਉਣ ਦਾ ਇਹ ਪੈਸਾ ਮੇਰੇ ਕੋਲੇ ਆਇਆ ਸੀਗਾ। ਇੱਕ ਪਾਸੇ ਜਿਹੜਾ ਸੱਚਾਈ ਨੂੰ ਨਸ਼ਰ ਕਰਨ ਵਾਲਾ ਬੰਦਾ ਸੀ, ਤੇ ਦੂਜੇ ਪਾਸੇ ਅੰਦਰ ਖਾਤੇ ਜਿਹਦੇ ਪਰਿਵਾਰਕ ਮੈਂਬਰ ਕਰਪਸ਼ਨ ਦੇ ਢੇਰ ਲਾ ਰਹੇ ਸੀਗੇ, ਨੋਟਾਂ ਦੇ ਢੇਰ ਲਾ ਰਹੇ ਸੀ। ਕੀ ਮਜਬੂਰੀ ਰਹੀ ਕਿ ਸੱਚੇ ਸੁੱਚੇ ਬੰਦੇ ਨੂੰ ਛੱਡ ਕੇ ਇੱਕ ਜਿਹਦੇ ਉੱਪਰ ਇਲਜ਼ਾਮ ਲੱਗ ਰਹੇ ਨੇ ਉਹ ਬੰਦਾ ਚੁਣਿਆ ਗਿਆ? ਦੇਖੋ ਜੀ, ਦੋ ਬੇਨਤੀਆਂ। ਇੱਕ ਤਾਂ ਇਹ ਕਿ ਰਾਜਨੀਤੀ ਨੂੰ ਆਈਡੀਅਲਿਜ਼ਮ ਦੇ ਵਿੱਚ, ਆਦਰਸ਼ਵਾਦ ਦੇ ਵਿੱਚ ਵੇਖਣਾ ਜਿਹੜਾ ਉਹ ਚਾਹੀਦਾ ਹੀ ਨਹੀਂ। ਠੀਕ ਜੀ, ਜਦੋਂ ਆਪਾਂ ਗੱਲ ਕਰਦੇ ਆ, ਜਦੋਂ ਲੀਡਰਸ਼ਿਪ ਬੈਠੀ ਹੋਏਗੀ ਤਾਂ ਉੱਥੇ ਕੀ ਗੱਲਬਾਤ ਆਦਰਸ਼ਵਾਦ ਦੀ ਹੋਏਗੀ ਜਾਂ ਗੱਲਬਾਤ ਇਲੈਕਸ਼ਨ ਜਿੱਤਣ ਦੀ ਹੋਏਗੀ? ਤੇ ਉਸ ਤੋਂ ਬਾਅਦ ਕਿਹੜੇ ਬੰਦੇ ਤੇ ਜ਼ਿਆਦਾ ਲੀਡਰਸ ਦੀ, ਜਿਹੜੇ ਐਲੀਟ ਲੀਡਰਸ਼ਿਪ ਆ, ਜਿਹੜੇ ਉੱਪਰਲੀ ਕਾਡਰ ਦੇ ਲੀਡਰਸ਼ਿਪ ਆ, ਉਹਨਾਂ ਦੇ ਵਿੱਚ ਕਿਹੜੇ ਲੀਡਰ ਨੂੰ ਲੈ ਕੇ ਸਹਿਮਤੀ ਬਣਦੀ ਹੋਏਗੀ? ਕੀ ਗੱਲ ਇਹਦੀ ਹੋਏਗੀ? ਮੇਰੇ ਕਹਿਣ ਦਾ ਮਤਲਬ ਉੱਥੇ ਆਦਰਸ਼ਵਾਦ ਡਿਸਕਸ ਨਹੀਂ ਹੋਇਆ ਹੋਏਗਾ, ਉੱਥੇ ਇਹ ਡਿਸਕਸ ਹੋਇਆ ਹੋਏਗਾ ਕਿ ਕਿਹਦੇ ਆਉਣ ਨਾਲ ਸਾਨੂੰ ਜਿੱਤ ਵੀ ਯਕੀਨੀ ਹੁੰਦੀ ਹੈ ਤੇ ਕਿਹਦੇ ਸੀਐਮ ਚਿਹਰਾ ਬਣਨ ਨਾਲ
ਜਿਹੜਾ ਕਾਂਗਰਸ ਦੀ ਜਿਹੜੀ ਪੰਜਾਬ ਦੀ ਲੀਡਰਸ਼ਿਪ ਆ, ਵੱਡੀ ਲੀਡਰਸ਼ਿਪ ਜਿਹੜੀ ਪੁਰਾਣੀ ਲੀਡਰਸ਼ਿਪ, ਉਹ ਕਿਹਦੇ ਲੀਡਰ ਬਣਨ ਨਾਲ ਸੁਖਾਲਾ ਮਹਿਸੂਸ ਕਰਦੀ ਹੈ। ਹੁਣ ਜਿਹੜਾ ਬੰਦਾ ਕਹਿ ਰਿਹਾ ਜੀ ਰੇਤਾ ਨਹੀਂ ਵਿਕਣ ਦੇਣਾ ਜੀ, ਬਜਰੀ ਨਹੀਂ ਵਿਕਣ ਦੇਣੀ ਜੀ, ਮਾਫੀਆ ਨਹੀਂ ਚੱਲਣ ਦੇਣਾ ਜੀ, ਉਹਦੇ ਤੋਂ ਭਾਈ ਮੈਨੂੰ ਇਹ ਲੱਗਦਾ ਕਿ ਹਰੇਕ ਹੀ ਡਰਦਾ ਵੀ ਨਾ ਇਹਨੇ ਖਾਣਾ ਨਾ ਖਾਣ ਦੇਣਾ। ਥੋੜਾ ਕਹਿ ਰਿਹਾ, ਤੁਸੀਂ ਬਹੁਤਾ ਕਰਕੇ ਸਮਝਿਓ। ਇੱਕ ਬੇਨਤੀ, ਦੂਜੀ ਬੇਨਤੀ ਇਹ ਕਿ ਜਦੋਂ ਹੁਣ ਕਾਂਗਰਸ ਨੇ ਫੈਸਲਾ ਲੈਣਾ ਸੀ ਨਾ, ਹਾਈ ਕਮਾਂਡ ਨੇ, ਤਾਂ ਕਾਂਗਰਸ ਕੋਲੇ ਦੋ ਵਿਕਲਪ ਸੀ। ਇੱਕ ਤਾਂ ਰੈਫਰਮੇਟਿਵ, ਸੁਧਾਰਵਾਦੀ, ਜਿਹਦਾ ਝੰਡਾ ਚੁੱਕ ਕੇ ਆਮ ਆਦਮੀ ਪਾਰਟੀ ਇਲੈਕਸ਼ਨਸ ਦੇ ਵਿੱਚ ਆਈ ਹੋਈ ਆ। ਉਹਨਾਂ ਕੋਲੇ ਇਹ ਮੌਕਾ ਸੀਗਾ ਕਿਉਂਕਿ ਉਹਨਾਂ ਕੋਲੇ ਲੀਡਰ ਸੀ ਨਵਜੋਤ ਸਿੱਧੂ, ਜਿਹੜਾ ਸੁਧਾਰਵਾਦੀ ਰਾਜਨੀਤੀ ਦਾ ਪ੍ਰਤੀਕ ਆ ਕਾਂਗਰਸ ਦੇ ਵਿੱਚ। ਤਾਂ ਇੱਕ ਤਾਂ ਉਹਨਾਂ ਕੋਲੇ ਸੀ ਰਸਤਾ ਸੁਧਾਰਵਾਦੀ ਰਾਜਨੀਤੀ ਕਰਨ ਦਾ ਕਾਂਗਰਸ ਹਾਈ ਕਮਾਂਡ ਕੋਲ, ਇੱਕ ਸੀ ਉਹਨਾਂ ਕੋਲੇ ਪਰੰਪਰਾਵਾਦੀ ਰਾਜਨੀਤੀ ਵਾਲਾ, ਜਿਹੋ ਜਿਹਾ ਪਾਰਟੀਆਂ ਕਰਦੀਆਂ। ਕਿਹੜਾ? ਕਿ ਜੋ ਪਰੰਪਰਾਵਾਦੀ ਤੌਰ ਤਰੀਕੇ ਨੇ ਨਾ ਇਲੈਕਸ਼ਨ ਜਿੱਤਣ ਦੇ, ਉਹ ਵਰਤੇ ਜਾਣ। ਧਰਮ, ਜਾਤੀ, ਖੇਤਰਵਾਦ, ਇਹ ਚੀਜ਼ਾਂ। ਉਹਨਾਂ ਨੇ ਪਰੰਪਰਾਵਾਦੀ ਰਾਜਨੀਤੀ ਤੇ ਜ਼ਿਆਦਾ ਯਕੀਨ ਕੀਤਾ। ਨੰਬਰ 1 ਠੀਕ ਜੀ। ਨੰਬਰ 2 ਮੇਰੇ ਖਿਆਲ ਨਾਲ ਕਿਉਂਕਿ ਨਵਜੋਤ ਸਿੱਧੂ ਜੀ ਨੇ ਪੰਜਾਬ ਦੇ ਵੋਟਰਸ ਨੂੰ ਤਾਂ ਬਹੁਤ ਪ੍ਰਭਾਵਿਤ ਕੀਤਾ, ਉਹਨਾਂ ਦਾ ਸਮਰਥਨ ਤਾਂ ਬਹੁਤ ਹੋਏਗਾ ਪੰਜਾਬ ਵਿੱਚ। ਪਰ ਇਹ ਇੱਕ ਸਵਾਲ ਆਪਣੇ ਆਪ 'ਚ ਹੈ ਕਿ ਕੀ ਪੰਜਾਬ ਦੀ ਜਿਹੜੀ ਕਾਂਗਰਸ ਆ, ਉਸ ਕਾਂਗਰਸ ਦੀ ਜਿਹੜੀ ਉੱਪਰਲੀ ਲੀਡਰਸ਼ਿਪ ਆ, ਡਿਸਾਈਸਿਵ ਲੀਡਰਸ਼ਿਪ, ਡਿਸੀਜਨ ਮੇਕਿੰਗ ਲੀਡਰਸ਼ਿਪ, ਕੀ ਉਹਦੇ ਵਿੱਚ ਉਹਨਾਂ ਨੇ ਆਪਦੇ ਬੰਦੇ ਭਰਤੀ ਕੀਤੇ ਆ? ਕੀ ਉਹਦੇ ਵਿੱਚ ਉਹਨਾਂ ਦਾ ਹੋਕਾ ਦੇਣ ਵਾਲੇ ਸਫੀਸ਼ੀਐਂਟ ਨੰਬਰ ਆਫ ਜਿਹੜੇ ਲੀਡਰਸ ਨੇ ਉਹ ਹੈਗੇ ਨੇ? ਕਿ ਉਹਨੇ ਬੰਦੇ ਹੈਗੇ ਆ ਜਿਹੜੇ ਨਵਜੋਤ ਸਿੱਧੂ ਨੂੰ ਉੱਥੇ ਕਹਿਣ ਕੇ ਹੋਣਾ ਚਾਹੀਦਾ? ਇਹ ਬੜਾ ਵੱਡਾ ਸਵਾਲ। ਹੁਣ ਜਿਹੜੀ ਰਾਜਨੀਤੀ ਕਾਂਗਰਸ ਨੇ ਕੀਤੀ, ਫਾਇਦੇ ਨੁਕਸਾਨ ਦੀ ਤੁਹਾਨੂੰ ਗੱਲ ਦੱਸਾਂ। ਕਾਂਗਰਸ ਨੂੰ ਲੱਗਦਾ ਹੈ ਜੀ 32% ਦਲਿਤ ਵੋਟ, 32% ਦਲਿਤ ਵੋਟ। ਜੇ ਦਲਿਤ ਸਿਰਫ ਪੰਜਾਬ ਦਾ ਦਲਿਤ, ਜਿਹੜਾ ਮੈਂ ਕਹਿ ਰਿਹਾ, ਜੇ ਪੰਜਾਬ ਦਾ ਦਲਿਤ ਸਿਰਫ ਦਲਿਤ ਹੋ ਕੇ ਹੀ ਸੋਚਦਾ ਹੋਵੇ, ਤਾਂ ਫਿਰ ਹੁਸ਼ਿਆਰਪੁਰ ਤੋਂ ਚੱਲੇ ਹੋਏ ਬਾਬੂ ਕਾਸ਼ੀ ਰਾਮ ਜੀ ਨੂੰ ਯੂਪੀ ਦੇ ਵਿੱਚ ਜਾ ਕੇ ਆਪਦੀ ਕਰਮ ਭੂਮੀ ਨਾਲ ਲੱਭਣੀ ਪਵੇ। ਫਿਰ ਬਹੁਜਨ ਸਮਾਜ ਪਾਰਟੀ ਨੇ ਪੰਜਾਬ 'ਚ ਸਰਕਾਰਾਂ ਬਣਾਉਣੀਆਂ ਸੀ ਜੇ ਪੰਜਾਬ ਦਾ ਦਲਿਤ ਇੰਨਾ ਹੀ ਸਿਰਫ ਦਲਿਤ ਹੋ ਕੇ ਹੀ ਸੋਚਦਾ। ਬਿਲਕੁਲ ਆਪਾਂ ਨੂੰ ਮੰਨਣਾ ਪਏਗਾ ਪੰਜਾਬ ਦਾ ਦਲਿਤ ਵੀ ਸੁਧਾਰਵਾਦੀ ਹੈ। ਤੁਸੀਂ ਉਹਨੂੰ ਸਿਰਫ ਦਲਿਤ ਨਾ ਸਮਝੋ। ਡਾਕਟਰ ਸਾਹਿਬ, ਇਹ ਕਾਂਗਰਸ ਹਾਈ ਕਮਾਂਡ ਨੂੰ ਸਮਝਣਾ ਚਾਹੀਦਾ ਸੀਗਾ ਕਿ ਜਿਹੜੀ ਕਾਂਗਰਸ ਦੀ ਲੀਡਰਸ਼ਿਪ, ਜਿਹੜੀ ਤੁਸੀਂ ਉੱਪਰਲੀ ਲੀਡਰਸ਼ਿਪ ਦੀ ਗੱਲ ਕਰ ਰਹੇ ਹੋ, ਪੰਜਾਬ ਕਾਂਗਰਸ ਦੀ ਲੀਡਰਸ਼ਿਪ ਜਿਹੜੀ ਚਰਨਜੀਤ ਸਿੰਘ ਚੰਨੀ ਨੂੰ ਜ਼ਿਆਦਾ ਪਸੰਦ ਕਰ ਰਹੀ ਸੀ ਤੇ ਨਵਜੋਤ ਸਿੰਘ ਸਿੱਧੂ ਨੂੰ ਨਾ ਪਸੰਦ ਇਸ ਕਰਕੇ ਕਰ ਰਹੀ ਸੀ ਕਿ ਭਾਈ ਇਹਨੇ ਰੇਤੇ ਦੇ ਕੰਮ ਨਹੀਂ ਚੱਲਣ ਦੇਣੇ, ਠੇਕੇ ਨਹੀਂ ਚੱਲਣ ਦੇਣੇ, ਕਰਪਸ਼ਨ ਨਹੀਂ ਚੱਲਣ ਦੇਣੀ, ਇਸ ਕਰਕੇ ਨਾ ਪਸੰਦ ਕਰ ਰਹੀ ਸੀ। ਉਹ ਕਾਂਗਰਸ ਦੀ ਲੀਡਰਸ਼ਿਪ ਨੂੰ ਸਮਝਣਾ ਚਾਹੀਦਾ ਸੀ ਕਿ ਜ਼ਰੂਰੀ ਨਹੀਂ ਜੋ ਲੀਡਰ ਸੋਚਦੇ ਨੇ ਕਾਂਗਰਸ ਦੇ ਚੰਨੀ ਤੇ ਸਿੱਧੂ ਬਾਰੇ, ਜ਼ਰੂਰੀ ਨਹੀਂ ਕਿ ਪੰਜਾਬ ਦੇ ਲੋਕ ਵੀ ਉਹੀ ਸੋਚਦੇ ਹੋਣ। ਬਿਲਕੁਲ ਜੀ, ਬਿਲਕੁਲ ਜੀ। ਪੰਜਾਬ ਦੇ ਵਿੱਚ ਤੁਸੀਂ ਦੇਖੋ ਨਾ, ਜਦੋਂ ਲੋਕ ਟ੍ਰੈਡੀਸ਼ਨਲ ਰਾਜਨੀਤੀ ਤੋਂ, ਪਰੰਪਰਾਵਾਦੀ ਰਾਜਨੀਤੀ ਤੋਂ ਅਕੇਵਾ ਮਹਿਸੂਸ ਕਰ ਰਹੇ ਨੇ। ਬਿਲਕੁਲ। ਲੋਕ ਦੁਨੀਆ ਦੇ ਇਤਿਹਾਸ ਦਾ ਸਭ ਤੋਂ ਵੱਡਾ ਅੰਦੋਲਨ 1 ਸਾਲ ਤੋਂ ਵੱਧ ਸਮੇਂ ਲਈ ਲੜ ਕੇ ਆਏ ਨੇ। ਤੁਸੀਂ ਉਹਨਾਂ ਨੂੰ ਫੇਰ ਪਰੰਪਰਾਵਾਦੀ ਮਾਪਦੰਡਾਂ ਦੇ ਵਿੱਚ ਹੀ ਵੇਖ ਰਹੇ ਹੋ ਤੇ ਉਹਨਾਂ ਨੂੰ ਪੇਸ਼ਕਸ਼ ਵੀ ਉਹ ਪਰੰਪਰਾਵਾਦੀ ਰਾਜਨੀਤੀ ਦੀ ਕਰ ਰਹੇ ਹੋ। ਮੇਰੇ ਖਿਆਲ ਨਾਲ ਥੋੜੀ ਜੀ ਨੈਟਵਰਕ ਪ੍ਰੋਬਲਮ ਦੇ ਕਾਰਨ ਜਿਹੜਾ ਡਾਕਟਰ ਸਾਹਿਬ ਦਾ ਕਨੈਕਸ਼ਨ ਸਾਡੇ ਨਾਲੋਂ ਟੁੱਟ ਚੁੱਕਿਆ। ਦੱਸ ਦਈਏ ਕਿ ਅਸੀਂ ਗੱਲਬਾਤ ਜਿਹੜੀ ਕਰ ਰਹੇ ਸੀਗੇ, ਇੱਕ ਤਾਂ ਜਿਹੜਾ ਟੌਪਿਕ ਸੀਗਾ ਉਹ ਡਾਕਟਰ ਸਾਹਿਬ ਹੋਰਾਂ ਨੇ ਆਪਣੀ ਚਰਚਾ ਦੇ ਵਿੱਚ ਪੂਰਾ ਕਰਤਾ ਸੀ, ਤੇ ਦੂਜਾ ਟੌਪਿਕ ਜਿਹੜਾ ਸਾਡਾ ਚੱਲ ਰਿਹਾ ਸੀ ਕਿ ਪੰਜਾਬ ਕਾਂਗਰਸ ਨੂੰ ਜਿਹੜਾ ਨਵਾਂ ਸੀਐਮ ਉਮੀਦਵਾਰ ਮਿਲਿਆ, ਉਹ ਮਿਲੇ ਨੂੰ ਹੁਣ 24 ਘੰਟੇ ਹੋ ਗਏ ਨੇ ਤੇ ਉਸ 24 ਘੰਟਿਆਂ ਦੇ ਵਿੱਚ ਪੰਜਾਬ ਕਾਂਗਰਸ ਦੀ ਖਾਸ ਕਰਕੇ ਸਥਿਤੀ ਕਿਹੋ ਜਿਹੀ ਬਦਲੀ ਹੈ ਤੇ ਜਿਹੜਾ ਦਲਿਤ ਕਾਰਡ ਖੇਡ ਕੇ ਉਹਨਾਂ ਨੇ ਸੀਐਮ ਚਰਨਜੀਤ ਸਿੰਘ ਚੰਨੀ ਨੂੰ ਜਿਹੜਾ ਸੀਐਮ ਦਾ ਉਮੀਦਵਾਰ ਦੁਬਾਰਾ ਬਣਾਇਆ ਹੈ, ਉਹਦੇ ਵਿੱਚ ਕਿੰਨਾ ਕੁ ਉਹਨਾਂ ਨੂੰ ਫਾਇਦਾ ਹੋਇਆ, ਕਿੰਨਾ ਕੁ ਨੁਕਸਾਨ ਹੋਇਆ, ਉਸ ਬਾਰੇ ਅਸੀਂ ਗੱਲਬਾਤ ਕਰ ਰਹੇ ਸੀ। ਡਾਕਟਰ ਸਾਹਿਬ ਦੀਆਂ ਗੱਲਾਂ ਦੇ ਵਿੱਚ ਸਾਨੂੰ ਸਮਝਣ ਨੂੰ ਇਹ ਮਿਲਿਆ ਕਿ ਕਾਂਗਰਸ ਨੂੰ ਕੋਈ ਬਹੁਤਾ ਫਾਇਦਾ ਚਰਨਜੀਤ ਸਿੰਘ ਚੰਨੀ ਹੋਰਾਂ ਦਾ ਐਲਾਨਣ ਦਾ ਹੋਇਆ ਨਹੀਂ, ਕਿਉਂਕਿ ਉਹ ਫਾਇਦਾ ਜਿਹੜਾ ਹੋਣਾ ਸੀ ਉਹ ਸਤੰਬਰ ਦੇ ਵਿੱਚ ਜਦੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣੇ ਸੀ ਦਲਿਤ ਵੋਟਰਾਂ ਨੂੰ ਭਰਮਾਉਣ ਦਾ, ਉਹ ਜਿਹੜਾ ਫਾਇਦਾ ਉਦੋਂ ਹੀ ਜਿਹੜਾ ਹੋ ਚੁੱਕਿਆ ਸੀਗਾ। ਤੇ ਨਾਲ ਹੀ ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜੇ ਸਿਰਫ ਪੰਜਾਬ ਦੇ ਵਿੱਚ ਦਲਿਤ ਕਾਰਡ ਖੇਡ ਕੇ ਹੀ ਮੁੱਖ ਮੰਤਰੀ ਬਣਿਆ ਜਾ ਸਕਦਾ ਹੁੰਦਾ ਤਾਂ ਹੁਸ਼ਿਆਰਪੁਰ ਤੋਂ ਚੱਲੇ ਬਾਬੂ ਕਾਸ਼ੀ ਰਾਮ ਜਿਹੜੇ ਹੈ
ਉਹਨਾਂ ਨੂੰ ਜਾ ਕੇ ਆਪਣੀ ਸਿਆਸਤ ਕਿਸੇ ਬਾਹਰਲੇ ਸੂਬਿਆਂ ਦੇ ਵਿੱਚ ਨਾ ਫਿਰ ਜਾ ਕੇ ਕਰਨੀ ਪੈਂਦੀ, ਉਹ ਫਿਰ ਦਲਿਤਾਂ ਦੇ ਸਿਰ ਤੇ ਪੰਜਾਬ ਦੇ ਵਿੱਚ ਇਹ ਆਪਣੀ ਸਰਕਾਰ ਜਿਹੜੀ ਬਣਾ ਲੈਂਦੇ ਹੁੰਦੇ। ਤਾਂ ਇਹ ਜਿਹੜੀ ਗੱਲ ਉਦਾਹਰਨ ਜਿਹੜੀ ਸੀਗੀ ਡਾਕਟਰ ਸਾਹਿਬ ਹੋਰਾਂ ਦੀ ਬੜੀ ਮਾਇਨੇ ਰੱਖਦੀ ਸੀ। ਤੇ ਨਾਲ ਹੀ ਨਾਲ ਜਿਹੜੀ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜਿਹੜੇ ਵੋਟਰ ਪੰਜਾਬ ਦੇ ਵਿੱਚ ਪੰਜਾਬ ਦੀ ਰਾਜਨੀਤੀ ਨੂੰ ਬਦਲਣਾ ਦੇਖਣਾ ਚਾਹੁੰਦੇ ਨੇ, ਜਿਹੜੇ ਲੋਕ ਪੰਜਾਬ ਦੇ ਸਿਸਟਮ ਨੂੰ ਬਦਲਣਾ ਦੇਖਣਾ ਚਾਹੁੰਦੇ ਨੇ, ਜਿਨ੍ਹਾਂ ਦੀ ਆਸ ਦੋ ਬੰਦੇ ਸੀਗੇ, ਇੱਕ ਤਾਂ ਨਵਜੋਤ ਸਿੰਘ ਸਿੱਧੂ ਤੇ ਦੂਜਾ ਆਮ ਆਦਮੀ ਪਾਰਟੀ, ਤੇ ਉਹ ਦੋ ਭਾਗਾਂ ਦੇ ਵਿੱਚ ਵੰਡੇ ਹੋਏ ਸੀ। ਤੇ ਹੁਣ ਜਦੋਂ ਨਵਜੋਤ ਸਿੰਘ ਸਿੱਧੂ ਹੋਰਾਂ ਤੋਂ ਉਹਨਾਂ ਦੀ ਆਸ ਇਸ ਕਰਕੇ ਖਤਮ ਹੋ ਗਈ ਕਿ ਉਹਨਾਂ ਦੀ ਪਾਰਟੀ ਨੇ ਉਹਨਾਂ ਨੂੰ ਦਰਕਿਨਾਰ ਕਰ ਦਿੱਤਾ ਹੈ, ਤੇ ਉਹ ਜਿਹੜੇ ਵੋਟਰ ਨੇ ਜਾ ਕੇ ਆਮ ਆਦਮੀ ਪਾਰਟੀ ਦੇ ਨਾਲ ਜੁੜਦੇ ਦਿਖਾਈ ਦੇ ਰਹੇ ਨੇ। ਤਾਂ ਲੱਗ ਇਹ ਰਿਹਾ ਕਿ 24 ਘੰਟਿਆਂ ਦੇ ਅੰਦਰ ਜੋ ਸਥਿਤੀਆਂ ਬਣੀਆਂ ਨੇ, ਸੀਐਮ ਚਰਨਜੀਤ ਸਿੰਘ ਚੰਨੀ ਨੂੰ ਸੀਐਮ ਉਮੀਦਵਾਰ ਐਲਾਨਣ ਤੋਂ ਬਾਅਦ ਉਹ ਕਾਂਗਰਸ ਨੂੰ ਘਾਟੇ ਵਾਲੀਆਂ ਲੱਗ ਰਹੀਆਂ ਨੇ ਤੇ ਆਮ ਆਦਮੀ ਪਾਰਟੀ ਨੂੰ ਜ਼ਿਆਦਾ ਫਾਇਦੇ ਵਾਲੀਆਂ ਲੱਗਦੀਆਂ ਜਿਹੜੀਆਂ ਉਹ ਦਿਖਾਈ ਦੇ ਰਹੀਆਂ ਨੇ। ਉਮੀਦ ਕਰਦੇ ਹਾਂ ਕਿ ਡਾਕਟਰ ਸਾਹਿਬ ਹੋਰਾਂ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਊਗੀ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ। ਬਿਲਕੁਲ ਸਰ, ਜੋਤਿਸ਼ਿਕ ਵਿਦਿਆ ਇੱਕ ਐਸਟ੍ਰੋਲੋਜਰ ਰੋਹਿਤ ਜੋਸ਼ੀ ਜੀ ਦਾ ਸਾਰੀ ਦੁਨੀਆ ਨੂੰ ਖੁੱਲਾ ਚੈਲੰਜ। ਕੀ ਤੁਸੀਂ ਜ਼ਿੰਦਗੀ ਦੇ ਕਿਸੇ ਵੀ ਸਮੱਸਿਆ ਤੋਂ ਪਰੇਸ਼ਾਨ ਹੋ? ਕੀ ਤੁਹਾਡੇ ਵਿਆਹ 'ਚ ਹੋ ਰਹੀ ਹੈ ਦੇਰੀ? ਕੀ ਤੁਸੀਂ ਸੰਤਾਨ ਸੁੱਖ ਤੋਂ ਵਾਂਝੇ ਹੋ? ਕੀ ਤੁਹਾਨੂੰ ਮਨਚਾਹਾ ਪਿਆਰ ਨਹੀਂ ਮਿਲ ਰਿਹਾ? ਕੀ ਤੁਸੀਂ ਲਗਾਉਣਾ ਚਾਹੁੰਦੇ ਲਾਟਰੀ ਦਾ ਸਹੀ ਨੰਬਰ? ਕੀ ਤੁਹਾਨੂੰ ਨੌਕਰੀ ਨਹੀਂ ਮਿਲ ਰਹੀ? ਕੀ ਤੁਹਾਡਾ ਵੀਜ਼ਾ ਨਹੀਂ ਲੱਗ ਰਿਹਾ? ਕੀ ਤੁਸੀਂ ਵਿਦੇਸ਼ 'ਚ ਪੱਕਾ ਹੋਣਾ ਚਾਹੁੰਦੇ ਹੋ? ਧਨ ਦੀ ਕਮੀ, ਬਿਮਾਰੀ ਤੋਂ ਪਰੇਸ਼ਾਨੀ, ਘਰ ਬੈਠੇ ਬਿਠਾ ਹੀ ਕੀਤਾ ਜਾਵੇਗਾ ਤੁਹਾਡੀਆਂ ਸਮੱਸਿਆਵਾਂ ਦਾ ਸਮਾਧਾਨ। ਫੀਸ ਕਮ ਹੋਣ ਤੋਂ ਬਾਅਦ ਇਹਨਾਂ ਸਾਰੀਆਂ ਸਮੱਸਿਆਵਾਂ ਦੇ ਪੱਕੇ ਹੱਲ ਲਈ ਇੱਕ ਵਾਰ ਜ਼ਰੂਰ ਐਸਟ੍ਰੋਲੋਜਰ ਰੋਹਿਤ ਜੋਸ਼ੀ ਜੋ ਕਰਦੇ ਨੇ ਫ੍ਰੀ ਸੇਵਾ, ਫ੍ਰੀ ਸਮਾਧਾਨ। 99 968 26 004।